बहुत ही प्यारे बच्चों, मैं डॉक्टर बनीत कुमार सिंगला फ्रॉम मानसा पंजाब ते अज असी राज सरकार बारे पढ़ांगे। असी पहली वीडियो दे विच पहले लैसन दे विच राज सरकार दा पहला पार्ट देखिया सी ते अज असी राज सरकार दा जो सैकेंड पार्ट आ उहदे बारे गल करांगे। तां यह क्लास 10वीं समाजिक सिक्ख्या दा लैसन आ। तो मैनू उम्मीद आ कि तुहानूं जिहड़ा सरकार बारे, क्योंकि असी सरकार दे नाम बारे तां अक्सर असी सुनते रहने आ, परंतु सानूं सरकारां दा नहीं पता यह की करदियां ने, किवें काम करदियां ने। क्योंकि एक सरकार एक ओह एजेंसी है प्यारे बच्चों जो अपने उद्देशां की पूर्ति दे लई साडा चुने हुए समय दे विच ओह कामकार आ जिहड़े ओह पूरे करदी आ। जिहड़ी सरकार दे 3 अंग हुंदे आ, ये भी बहुत जरूरी ने। 3 अंग किहड़े-किहड़े हुंदे आ तां मैनूं लगदा मे भी तुसीं पहलां भी पढ़ के आए होंगे। तां पहला अंग हुंदा इहदा विधान पालिका, उस तो अगला अंग हुंदा इहदा कार्यपालिका, उस तो बाद हुंदा न्यायपालिका। ਜਦੋਂ सरकार ਦੇ ਇਹ ਤਿੰਨੇ अंग ने ਜਿਹੜੇ मिल के काम करते आ, क्योंकि इन्हां ਦੇ ਉਦੇਸ਼ਾਂ ਦੀ ਪੂਰਤੀ ਦੇ ਲਈ ही ਜਿਹੜੇ ਕਾਰਜ ਕੀਤੇ ਜਾਂਦੇ ਆ। ਜਿੰਨੇ ਸਰਕਾਰਾਂ ਵਿਧਾਨ ਪਾਲਿਕਾ ਦੇ ਵਿੱਚ ਕਾਨੂੰਨਾਂ ਨੂੰ ਬਣਾਉਂਦੀਆਂ ਨੇ, ਕਾਰਜਪਾਲਿਕਾ ਉਹਨਾਂ ਦਾ ਨਿਰਮਾਣ ਕਰਦੀਆਂ ਨੇ ਤੇ ਉਹਨਾਂ ਨੂੰ ਲਾਗੂ ਕਰਵਾਉਂਦੀਆਂ ਨੇ, ਤੇ ਜਿਹੜੀਆਂ ਸਾਡੇ ਕੋਲੇ ਨਿਆਂਪਾਲਿਕਾ ਨੇ ਉਹ ਕੀ ਕਰਵਾਉਂਦੀਆਂ ਨੇ, ਸਾਨੂੰ ਨਿਆਂ ਦਿਵਾਉਂਦੀਆਂ ਨੇ। ਤਾਂ ਹੁਣ ਤੁਸੀਂ ਤਿੰਨਾਂ ਦੇ ਵਿੱਚ ਅੰਤਰ ਸਮਝ ਹੀ ਗਏ। ਜਿਹੜੀ ਵਿਧਾਨ ਪਾਲਿਕਾ ਤਾਂ ਸਾਡੀ ਕੋਲੇ ਅਸੀਂ ਵਿਧਾਨ ਪਾਲਿਕਾ ਦੇ ਮੈਂਬਰ ਸੀ ਜਿਹੜੇ ਉਹ ਚੁਣੇ ਰਾਜ ਸਭਾ ਦੇ ਰੂਪ ਦੇ ਵਿੱਚ, ਰਾਜ ਵਿਧਾਨ ਸਭਾ ਦੇ ਰੂਪ ਦੇ ਵਿੱਚ ਸਾਡੇ ਐਮਐਲਏ ਚੁਣੇ 117 ਜਿਹੜੇ ਪੰਜਾਬ ਦੇ ਵਿੱਚ ਚੁਣੇ ਜਾਂਦੇ ਆ। ਤਾਂ ਅਸੀਂ ਗੱਲ ਕੀਤੀ ਸੀ ਘੱਟ ਤੋਂ ਘੱਟ ਇਸ ਦੇ 60 ਮੈਂਬਰ ਹੋ ਸਕਦੇ ਆ, ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਆ। ਤਾਂ ਉਹ ਆਬਾਦੀ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਸਾਰਾ ਕੁਝ ਕਲੀਅਰ ਕੀਤਾ ਸੀ। ਤੇ ਅੱਜ ਵੀ ਅਸੀਂ ਜਿਹੜਾ ਰਾਜ ਸਰਕਾਰ ਦੇ ਤਿੰਨੇ ਅੰਗਾਂ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕਰਾਂਗੇ। ਕਿਉਂਕਿ ਜੇ ਅਸੀਂ ਸੈਂਟਰ ਦੀ ਗੱਲ ਕਰਦੇ ਆ ਤਾਂ ਸੈਂਟਰ ਦੇ ਵਿੱਚ ਜਿਹੜੀ ਆਪਣੇ ਕੋਲੇ ਹੁੰਦੀ ਹੈ ਇੱਕ ਕੇਂਦਰੀ ਸਰਕਾਰ ਹੁੰਦੀ ਆ। ਇਹ ਸਾਡੀ ਸੰਘਾਤਮਕ ਪ੍ਰਣਾਲੀ ਆ, ਉਹਦੇ ਮੁਤਾਬਕ ਜਿਹੜੀ ਸਰਕਾਰ ਆ ਚੁਣੀ ਜਾਂਦੀ ਆ। ਇੱਕ ਕੇਂਦਰ ਦੀ ਸਰਕਾਰ ਹੁੰਦੀ ਆ ਜਿਹੜੀ ਪੂਰੇ ਇੰਡੀਆ ਸਟੇਟ ਆਫ ਇੰਡੀਆ, ਤਾਂ ਉਹ ਕੀ ਕਰਦੀ ਆ, ਪੂਰੇ ਇੰਡੀਆ ਦਾ ਜਿਹੜਾ ਜਿੰਨੇ ਆਪਣੇ ਕੋਲੇ 28 ਰਾਜ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਸਾਰਿਆਂ ਨੂੰ ਚਲਾਉਂਦੀ ਆ। ਤੇ ਅੱਗੇ ਉਹਨਾਂ ਨੂੰ ਕੀ ਚ ਵੰਡਿਆ ਜਾਂਦਾ, ਰਾਜਾਂ ਦੇ ਵਿੱਚ ਵੰਡ ਦਿੱਤਾ ਜਾਂਦਾ। ਤਾਂ ਉਸ ਰਾਜ ਦਾ ਇੱਕ ਮੁਖੀਆ ਹੁੰਦਾ। ਜਿਵੇਂ ਜਿਵੇਂ ਆਬਾਦੀ ਵੱਧਦੀ ਆ ਉਸ ਤਰ੍ਹਾਂ ਜਿਹੜੀ ਸਰਕਾਰਾਂ ਨੇ ਆਪਣਾ ਕੰਮ ਕਰਦੀਆਂ ਨੇ ਤੇ ਉੱਥੋਂ ਦੇ ਜਿਹੜੇ ਚੁਣੇ ਜਾਂਦੇ ਆ। ਜੇ ਅਸੀਂ ਸੋਚਦੇ ਆ ਇੱਕ ਲੰਬੇ ਸਮੇਂ ਦੇ ਵਿੱਚ ਅਸੀਂ ਕਿੰਨੇ ਵਾਰ ਵੋਟ ਪਾਣੇ ਆ, ਅਸੀਂ 3 ਵਾਰ ਜਾਂ 4 ਵਾਰ ਅਸੀਂ ਜਿਹੜੇ ਉਮੀਦਵਾਰ ਚੁਣਦੇ ਆ। ਇੱਕ ਵਾਰ ਅਸੀਂ ਲੋਕ ਸਭਾ ਚੁਣਦੇ ਆ, ਫਿਰ ਅਸੀਂ ਜਿਹੜੇ ਸਾਡੇ ਕੋਲੇ ਵਿਧਾਨ ਸਭਾ ਦੇ ਮੈਂਬਰ ਨੇ ਅਸੀਂ ਉਹਨਾਂ ਨੂੰ ਚੁਣਦੇ ਆ। ਫਿਰ ਅਸੀਂ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਵੋਟ ਪਾਣੇ ਆ। ਫਿਰ ਜਾਂ ਅਸੀਂ ਜਿਹੜੇ ਸ਼ਹਿਰੀ ਲੋਕ ਨੇ ਉਹ ਆਪਣੇ ਕਿਹਦੀ ਐਮਸੀ ਦੀ ਜਾਂ ਪ੍ਰਧਾਨ ਦੀ ਚੋਣ ਕਰਦੇ ਆ। ਤਾਂ ਇਸ ਤਰ੍ਹਾਂ ਜਿਹੜੀਆਂ ਸਾਡੀਆਂ ਚੋਣਾਂ ਨੇ ਉਹ ਹੁੰਦੀਆਂ ਨੇ। ਤਾਂ ਜਿਹੜਾ ਰਾਜ ਸਰਕਾਰ ਦੇ ਜਿਹੜੀ ਚੁਣੀ ਜਾਂਦੀ ਆ, ਤਾਂ ਅਸੀਂ ਸੰਘਾਤਮਕ ਸ਼ਾਸਨ ਪ੍ਰਣਾਲੀ ਆ, ਇਹਦੇ ਵਿੱਚ 2 ਤਰ੍ਹਾਂ ਦੀ ਸਰਕਾਰ ਹੋਊਗੀ। ਇੱਕ ਕੇਂਦਰ ਦੀ ਸੈਂਟਰ ਦੀ ਸਰਕਾਰ ਹੁੰਦੀ ਆ, ਇੱਕ ਰਾਜ ਦੀ ਸਰਕਾਰ ਹੁੰਦੀ ਆ। ਤਾਂ ਇਹਦੇ ਵਿੱਚ ਜੇ ਅਸੀਂ ਸੋਚਦੇ ਆ ਤਾਂ ਸੰਘੀ ਖੇਤਰ ਕਿਹੜੇ ਖੇਤਰ ਹੁੰਦੇ ਆ, ਉਹ ਕੇਂਦਰੀ ਸ਼ਾਸਿਤ ਪ੍ਰਦੇਸ਼ ਹੁੰਦੇ ਆ। ਤਾਂ ਜਿਹਦਾ ਜਿਹੜਾ ਨਿਯੰਤਰਣ ਹੁੰਦਾ ਉਹ ਕਿਹਦੇ ਆਧਾਰ ਹੁੰਦਾ, ਵਿਧਾਨ ਸਭਾ ਦੇ ਆਪਦੇ ਕੋਲੇ ਹੁੰਦਾ ਨਿਯੰਤਰਣ। ਸੰਘੀ ਖੇਤਰ ਦੇ ਆਪਣੇ ਕੇਂਦਰ ਦੀ ਸਰਕਾਰ ਹੁੰਦੀ ਆ, ਜਿੱਥੇ ਕੇਂਦਰ ਦਾ ਹੀ ਕੀ ਹੁੰਦਾ, ਨਿਯੰਤਰਣ ਹੁੰਦਾ। ਪਰ ਦਿੱਲੀ ਹੈ ਜਿਹੜਾ ਆਪਣੀ ਵਿਧਾਨ ਸਭਾ, ਇਹਦੇ 70 ਮੈਂਬਰ ਨੇ। ਤੇ ਜੇ ਅਸੀਂ ਕੁਝ ਜਿਹੜੇ ਸੰਘੀ ਖੇਤਰਾਂ ਦੇ ਵਿੱਚ ਪ੍ਰਸ਼ਾਸਨ ਉਪ ਰਾਜਪਾਲ ਦੇ ਹੱਥ ਦੇ ਵਿੱਚ ਹੁੰਦਾ, ਕੁਝ ਦਾ ਕਿਹਦੇ ਕੋਲੇ ਹੁੰਦਾ, ਚੀਫ ਮਿਨਿਸਟਰ ਕੋਲੇ ਹੁੰਦਾ, ਚੀਫ ਕਮਿਸ਼ਨਰ ਕੋਲੇ ਹੁੰਦਾ। ਦਿੱਲੀ ਕੇਂਦਰੀ ਸ਼ਾਸਿਤ ਪ੍ਰਦੇਸ਼ ਤੋਂ ਇਲਾਵਾ ਪਾਂਡੇਚੇਰੀ ਜੰਮੂ ਕਸ਼ਮੀਰ ਨੂੰ ਕੇਂਦਰੀ ਪ੍ਰਸ਼ਾਸਨ ਦੇਣ ਲਈ ਵਿਧਾਨ ਸਭਾ ਦੀ ਵਿਵਸਥਾ ਕੀਤੀ ਗਈ ਹੈ। ਤਾਂ ਭਾਰਤ ਸੰਘ ਦੇ ਜਿਹੜੇ ਰਾਜ ਨੇ ਉਹ ਇਹ ਨੇ ਸਾਡੇ ਕੋਲੇ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, मध्य प्रदेश, तमिलनाडु, कर्नाटक, गुजरात, राजस्थान, उड़ीसा, केरला, असम, पंजाब, हरियाणा, हिमाचल, मणिपुर, मेघालय, त्रिपुरा, गोवा, अरुणाचल प्रदेश, सिक्किम, मिजोरम, नागालैंड, छत्तीसगढ़, उत्तरांचल, झारखंड। ये साडे कोले संघ दे राज सीगे। अगे जिहड़े संघी खेतर ने साडे कोले 8 ने, 28 साडे कोले राज सीगे। दिल्ली, चंडीगढ़, दमन दिओ, लक्षद्वीप, पांडेचेरी, दादर नगर हवेली, अंडेमान निकोबार, जम्मू कश्मीर, लद्दाख। ਤਾਂ ਜਿਹੜੀਆਂ ਇਹ ਚੀਜ਼ਾਂ ਸਾਡੇ ਵਾਸਤੇ
ਇਹ ਸਾਡੇ ਕੋਲੇ ਸੰਘੀ ਖੇਤਰ ਨੇ ਤੇ ਬਾਕੀ ਸਾਡੇ ਕੋਲੇ ਰਾਜ ਨੇ। ਤਾਂ ਇਹਨਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹ ਕਿਵੇਂ ਕੰਮ ਕਰਦੀਆਂ ਨੇ, ਅਸੀਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਕਿਉਂਕਿ ਹਰੇਕ ਰਾਜ ਦੀ ਆਪਣੀ ਹੁੰਦੀ ਆ, ਜਿੰਨਾ ਉੱਥੋਂ ਦੇ ਲੋਕਾਂ ਦੇ ਮੁਤਾਬਕ ਉਹ ਏਜੰਸੀ ਹੁੰਦੀ ਆ ਜਿਹੜੀ ਉੱਥੋਂ ਦੇ ਲੋਕਾਂ ਦੇ ਮੁਤਾਬਕ ਆਪਣੇ ਕੰਮਕਾਰ ਕਾਜ ਕਰਦੀ ਆ। ਤੇ ਜਿਹੜਾ ਉਸ ਪੂਰੇ ਮੰਡਲ ਦਾ ਵਿਧਾਨ ਜਿਹਦੇ ਵਿੱਚ ਸਾਰਿਆਂ ਨੂੰ ਵੱਧ ਲੋਕਾਂ ਨੂੰ ਵੋਟ ਪਾਈ ਹੁੰਦੀ ਹੈ ਜਿਹੜੀ ਪਾਰਟੀ ਨੂੰ, ਤਾਂ ਉਸ ਦਾ ਨੇਤਾ ਜਿਹੜਾ ਸਰਕਾਰ ਨੂੰ ਚਲਾਉਂਦਾ। ਜਿਸ ਤਰ੍ਹਾਂ ਅਸੀਂ ਪਿਛਲੇ 2022 ਦੀ ਗੱਲ ਕਰਦੇ ਹਾਂ, ਜੇ 22 ਫਰਵਰੀ 22 ਦੇ ਵਿੱਚ ਅਸੀਂ ਜਿਹੜੀ ਇਲੈਕਸ਼ਨ ਹੋਈ ਸਾਡੀ, ਉਸ ਦੇ ਵਿੱਚ ਸਾਡੇ ਕੋਲੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਜਿਹੜੀਆਂ ਸੀਟਾਂ ਪ੍ਰਾਪਤ ਕੀਤੀਆਂ। ਤਾਂ ਉਹਦੇ ਜਿਹੜੇ ਮੁਖੀ ਸੀਗੇ ਭਗਵੰਤ ਮਾਨ ਜੀ ਨੂੰ ਅਸੀਂ ਮੁੱਖ ਮੰਤਰੀ ਬਣਾਇਆ। ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਉਹ ਅੱਗੇ ਕੀ ਨੇ, ਰਾਜਾਂ ਦੇ ਮਹਿਕਮਿਆਂ ਦੀ ਵੰਡ ਕਰਦੇ ਆ। ਤਾਂ ਉਹਦੇ ਵਿੱਚ ਜਿਹੜਾ ਰਾਜਪਾਲ ਨੇ ਉਹ ਮੁੱਖ ਭੂਮਿਕਾ ਨਿਭਾਉਂਦੇ ਆ, ਭਾਵੇਂ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਹੁੰਦੇ, ਕਿਉਂਕਿ ਸਾਡੇ ਸੰਘਾਤਮਕ ਸ਼ਾਸਨ ਪ੍ਰਣਾਲੀ ਹੋਣ ਦੇ ਕਰਕੇ ਜਿਹੜਾ ਰਾਜਪਾਲ ਦਾ ਰੋਲ ਆ ਜਿਹੜਾ ਸਿੱਧੇ ਤੌਰ ਤੇ ਨਹੀਂ ਹੁੰਦਾ, ਅਸਿੱਧੇ ਤੌਰ ਦੇ ਉੱਤੇ ਹੁੰਦਾ। ਭਾਰਤੀ ਸੰਵਿਧਾਨ ਅਧੀਨ ਰਾਜ ਦੇ ਲੋਕਾਂ ਲਈ ਕਾਨੂੰਨ ਬਣਾਉਣ ਲਈ ਰਾਜ ਵਿਧਾਨ ਪਾਲਿਕਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਸਮੇਤ 4 ਰਾਜਾਂ ਵਿੱਚ 2 ਸਦਨੀ ਵਿਧਾਨ ਪਾਲਿਕਾ ਗਈ। ਇਹ ਰਾਜ ਕੀ ਨੇ, ਬਹੁਤ ਵੱਡੇ ਨੇ, ਤਾਂ ਕਰਕੇ ਇਹਨਾਂ ਦੇ ਵਿੱਚ 2 ਸਦਨੀ ਵਿਧਾਨ ਪਾਲਿਕਾ। ਤਾਂ ਇਹਦੇ ਵਿੱਚ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ, ਤਾਂ ਇਹ ਦੋ ਸਾਡੇ ਕੋਲੇ 2 ਤਾਂ ਇਸ ਤਰ੍ਹਾਂ ਹੁੰਦੀਆਂ ਨੇ। ਬਾਕੀ ਦੇ ਸਾਰੇ ਰਾਜਾਂ ਵਿੱਚ 1 ਸਦਨੀ ਵਿਧਾਨ ਪਾਲਿਕਾ ਹੈ। ਰਾਜਾਂ ਦੇ ਹੇਠਲੇ ਸਦਨ ਨੂੰ ਅਸੀਂ ਵਿਧਾਨ ਪਰਿਸ਼ਦ ਕਹਿੰਦੇ ਆ। ਵਿਧਾਨ ਸਭਾ ਰਾਜ ਦੇ ਲੋਕਾਂ ਦੁਆਰਾ ਪ੍ਰਤੱਖ ਅਤੇ ਵਿਧਾਨ ਪਰਿਸ਼ਦ ਪ੍ਰਤੱਖ ਸੰਵਿਧਾਨਿਕ ਢੰਗ ਨਾਲ ਚੁਣੀ ਜਾਂਦੀ ਹੈ। ਤਾਂ ਇਹ ਪਿਆਰੇ ਬੱਚਿਓ ਵਿਧਾਨ ਸਭਾ, ਤਾਂ ਵਿਧਾਨ ਸਭਾ ਦੇ ਵਿੱਚ ਇੱਕ ਸਾਡੇ ਕੋਲੇ ਜੇ ਅਸੀਂ ਗੱਲ ਕਰਦੇ ਆ ਵਿਧਾਨ ਸਭਾ ਦੇ ਵਿੱਚ ਕੀ ਹੁੰਦਾ, ਪਹਿਲਾ ਮੁੱਦਾ ਸਾਡੇ ਕੋਲੇ ਹੁੰਦਾ ਵਿਧਾਨ ਪਾਲਿਕਾ। ਫਿਰ ਅਸੀਂ ਕੀ ਕਿਹਾ, ਜਦੋਂ ਅਸੀਂ ਸੈਂਟਰ ਦੀ ਗੱਲ ਕਰਾਂਗੇ ਤਾਂ ਅਸੀਂ ਲਿਖਾਂਗੇ ਕੇਂਦਰੀ ਵਿਧਾਨ ਪਾਲਿਕਾ, ਤੇ ਜਦੋਂ ਅਸੀਂ ਲਿਖਾਂਗੇ ਕੇਂਦਰੀ ਕਾਰਜਪਾਲਿਕਾ ਫਿਰ ਅਸੀਂ ਕਰਾਂਗੇ ਕੇਂਦਰੀ ਨਿਆਂਪਾਲਿਕਾ। ਕਿਉਂਕਿ ਜਿਹੜੀ ਕੇਂਦਰੀ ਵਿਧਾਨ ਪਾਲਿਕਾ ਉਹਦੇ ਵਿੱਚ ਸਾਡੇ ਕੋਲੇ ਲੋਕ ਸਭਾ ਤੇ ਰਾਜ ਸਭਾ ਦੇ ਤੇ ਸਾਡੇ ਕੋਲੇ ਇਹ ਨੁਮਾਇੰਦੇ ਹੋਣਗੇ, ਇਹ ਕਾਨੂੰਨ ਬਣਾਉਂਦੇ ਆ ਤੇ ਅੱਗੇ ਲਾਗੂ ਹੁੰਦੇ ਆ। ਕਾਰਜਪਾਲਿਕਾ ਲਾਗੂ ਜਿਹੜੇ ਕਾਨੂੰਨ ਬਣਾਉਂਦੀ ਆ ਉਹਨਾਂ ਨੂੰ ਲਾਗੂ ਕਿਵੇਂ ਕਰਨੇ ਆ ਤੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਡਿਸੀਜਨ ਮੇਕਰ ਬਣਾਉਂਦੇ ਆ। ਉਹਦੇ ਵਿੱਚ ਸਾਡੇ ਕੋਲੇ ਰਾਸ਼ਟਰਪਤੀ, ਰਾਜਪਾਲ ਤੇ ਵਿਧਾਨ ਸਭਾ ਦੇ ਮੈਂਬਰ ਆ ਗਏ। ਤੇ ਇਸ ਤਰ੍ਹਾਂ ਜਿਹੜੀ ਸਾਡੇ ਕੋਲੇ ਸਾਰਿਆਂ ਨੂੰ ਉੱਚ ਅਦਾਲਤ ਆ ਉਹ ਹੈਗੀ ਆ ਨਿਆਂਪਾਲਿਕਾ। ਤਾਂ ਨਿਆਂਪਾਲਿਕਾ ਸਾਨੂੰ ਕੀ ਕਰਦੀ ਆ, ਕਾਨੂੰਨ ਬਣਾ ਕੇ ਜਿਹੜਾ ਸਾਨੂੰ ਉਹਦੇ ਬਾਰੇ ਦੱਸਦੀ ਆ। ਮੌਲਿਕ ਅਧਿਕਾਰ, ਮੌਲਿਕ ਸੰਵਿਧਾਨ ਅਨੁਸਾਰ ਰਾਜ ਸਰਕਾਰ ਸਭਾ ਦੇ ਘੱਟ ਤੋਂ ਘੱਟ 60 ਅਤੇ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਆ। ਇਸ ਸਮੇਂ ਪੰਜਾਬ ਦੀ ਵਿਧਾਨ ਸਭਾ ਦੇ 117 ਮੈਂਬਰ ਹਨ। ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਪ੍ਰਤੱਖ ਰੂਪ ਵਿੱਚ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਵਿਧਾਨ ਸਭਾ ਦੇ ਮੈਂਬਰ ਬਣਨ ਦੇ ਲਈ ਯੋਗਤਾ ਇਹ ਹੁੰਦੀਆਂ ਨੇ, ਕਿਉਂਕਿ ਅਸੀਂ ਜੇ ਵਿਧਾਨ ਸਭਾ ਦੇ ਮੈਂਬਰ ਦੀ ਇਲੈਕਸ਼ਨ ਲੜਨੀ ਹੋਵੇ ਤਾਂ ਸਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਭਾਰਤ ਦੇ ਅਸੀਂ ਨਾਗਰਿਕ ਹੋਣੇ ਚਾਹੀਦੇ ਆ ਤੇ ਉਮਰ ਆ ਜਿਹੜੀ ਸਾਡੀ 25 ਸਾਲ ਹੋਵੇ। ਅਸੀਂ ਪਾਗਲ ਜਾਂ ਦਿਵਾਲੀਆ ਨਹੀਂ ਹੋਣੇ ਚਾਹੀਦੇ। ਕੇਂਦਰ ਜਾਂ ਰਾਜ ਦੇ ਅਧੀਨ ਕਿਸੇ ਵੀ ਲਾਭਦਾਇਕ ਅਹੁਦੇ ਦੇ ਉੱਤੇ ਨਾ ਰਹਿੰਦੇ ਹੋਈਏ। ਤਾਂ ਵਿਧਾਨ ਸਭਾ ਦਾ ਕਾਰਜਕਾਲ ਹੈ ਇਸ ਨੂੰ ਪਤਾ। ਅਸੀਂ ਜਿਹੜੀ ਸਰਕਾਰ ਆ ਉਹ ਕਿੰਨੇ ਸਮੇਂ ਲਈ ਚੁਣਦੇ ਆ, 5 ਸਾਲ ਦੇ ਲਈ। ਜਿਹੜੀ ਵਿਧਾਨ ਪਰਿਸ਼ਦ ਦੀ ਇਹ 27 ਸਦਨ ਹੁੰਦਾ, ਤਾਂ ਇਹਦੇ ਜਿਹੜੇ 1/3 ਮੈਂਬਰ ਨੇ ਜਿਹੜੇ ਉਹ ਕੀ ਹੁੰਦੇ ਨੇ, ਹਰ ਸਾਲ ਰਿਟਾਇਰ ਹੁੰਦੇ ਆ। ਤਾਂ ਉਹ ਰਿਟਾਇਰ ਹੋਣ ਦੇ ਨਾਲ ਉਹ ਜਿਹੜਾ ਸਦਨ ਹੈ ਉਹ ਚੱਲਦਾ ਰਹਿੰਦਾ, ਪਰੰਤੂ ਜਿਹੜਾ ਵਿਧਾਨ ਸਭਾ ਦਾ ਕਾਰਜਕਾਲ ਆ ਉਹ 5 ਸਾਲ ਦਾ ਹੀ ਹੁੰਦਾ। ਰਾਜਪਾਲ ਇਸ ਕਾਰਜਕਾਲ ਤੋਂ ਪਹਿਲਾਂ ਵੀ ਵਿਧਾਨ ਸਭਾ ਨੂੰ ਭੰਗ ਕਰ ਸਕਦਾ। ਉਹਦੇ ਕਾਰਨ ਕੀ ਨੇ, ਰਾਜਪਾਲ ਦੇ ਹੱਥ ਦੇ ਵਿੱਚ ਉਹਦੇ ਕੋਲੇ ਸੰਕਟਕਾਲੀਨ ਸ਼ਕਤੀਆਂ ਨੇ। ਤਾਂ ਰਾਜਪਾਲ ਨੂੰ ਲੱਗਦਾ ਵੀ ਜੇ ਸਰਕਾਰ ਨਹੀਂ ਸਹੀ ਚੱਲ ਰਹੀ ਜਾਂ ਉਹਦੇ ਵਿੱਚ ਸਟੇਟ ਗਵਰਨਮੈਂਟ ਆ ਜਿਹੜੀ ਆਪਣੇ ਜਿਹੜੀ ਸਹੀ ਏਜੰਡੇ ਦੇ ਉੱਤੇ ਨਹੀਂ ਕੰਮ ਕਰ ਰਹੀ, ਤਾਂ ਜਿਹੜੀ ਜਾਂ ਉੱਥੇ ਹਾਲਾਤ ਖਰਾਬ ਹੋ ਜਾਂਦੇ ਆ, ਤਾਂ ਉਹ ਵਿਧਾਨ ਸਭਾ ਨੂੰ ਪਹਿਲਾਂ ਵੀ ਕੀ ਕਰ ਸਕਦਾ, ਭੰਗ ਕਰ ਸਕਦਾ ਤੇ ਉੱਥੇ ਰਾਸ਼ਟਰਪਤੀ ਰਾਜ ਆ ਜਿਹੜਾ ਲਾਗੂ ਕਰ ਸਕਦਾ। ਰਾਸ਼ਟਰਪਤੀ ਸੰਕਟਕਾਲ ਸਮੇਂ ਇਸ ਦੀ ਮਿਆਦ 1 ਸਾਲ ਵਧਾ ਵੀ ਸਕਦਾ ਹੈ। ਰਾਜ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਲਈ ਕੁੱਲ ਮੈਂਬਰਾਂ ਦਾ 1/10 ਭਾਗ ਇਸ ਦਾ ਨਿਸ਼ਚਿਤ ਕੁਆਰਮ ਕੀਤਾ ਗਿਆ। ਮੰਨ ਲਓ 117 ਮੈਂਬਰ ਨੇ, 1/10 ਮੈਂਬਰ ਨੇ ਜਿਹੜੇ ਉਹਦੇ ਵਿੱਚ ਆਉਣੇ ਲਾਜ਼ਮੀ ਨੇ। ਰਾਜ ਦੀ ਵਿਧਾਨ ਪਾਲਿਕਾ ਦੇ ਉੱਪਰਲੇ ਸਦਨਾਂ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ। ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਸੰਖਿਆ 40 ਨਿਸ਼ਚਿਤ ਕੀਤੀ ਗਈ ਹੈ। ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਵਿਧਾਨ ਸਭਾ ਦੇ ਮੈਂਬਰਾਂ ਦਾ 1/3 ਤੋਂ ਵੱਧ ਨਹੀਂ ਹੋਣਾ ਚਾਹੀਦਾ। ਜਿਵੇਂ ਆਪਣੇ ਕੋਲ 100 ਕਿੰਨੇ ਮੈਂਬਰ ਸੀ, 117 ਦਾ 1/3 ਕਿੰਨਾ ਬਣਦਾ ਸੀਗਾ, 38 ਜਾਂ 39 ਬਣਦਾ ਸੀ। ਤਾਂ ਘੱਟ ਤੋਂ ਘੱਟ ਜਿਹੜੀ ਮੈਂਬਰਾਂ ਦੀ ਨਿਸ਼ਚਿਤ ਗਿਣਤੀ ਕੀਤੀ ਗਈ ਆ 40 ਕੀਤੀ ਗਈ ਆ। ਤਾਂ ਜਿਹੜਾ ਸਾਡਾ ਵਿਧਾਨ ਪਰਿਸ਼ਦ ਦਾ ਇਹ ਸੈਂਟਰ ਬਣਦਾ। ਇਹ ਜਿਹੜੇ ਅਸੀਂ ਕਿਵੇਂ ਮੈਂਬਰ ਲੈ ਸਕਦੇ ਆ, 1/12 ਮੈਂਬਰ ਨੇ ਜਿਹੜੇ ਉਹ ਹਿੱਸਾ ਅਸੀਂ ਸੀਨੀਅਰ ਸੈਕੰਡਰੀ ਦੇ ਵਿੱਚੋਂ ਲੈ ਸਕਦੇ ਆ, ਜਿਹੜੇ ਉੱਚ ਵਿਦਿਅਕ ਸੰਸਥਾਵਾਂ ਦੇ ਅਧਿਆਪਕ ਹੁੰਦੇ ਆ। 1/6 ਮੈਂਬਰ ਨੇ ਜਿਹੜੇ ਰਾਜਪਾਲ ਦੁਆਰਾ
ਜਿਹੜੇ ਉਹ ਕਿੱਥੇ ਕਲਾ ਸਿਹਤ ਦੇ ਵਿੱਚ ਹੋਣ, ਸਮਾਜਿਕ ਖੇਤਰ ਦੇ ਵਿੱਚ ਹੋਣ, ਤੇ ਉਹ ਪ੍ਰਸਿੱਧ ਵਿਅਕਤੀਆਂ ਦੇ ਨਾਮ ਨੇ ਜਿਹੜੇ ਨਾਮਜ਼ਦ ਕਰ ਸਕਦੇ ਆ। ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀਆਂ ਯੋਗਤਾਵਾਂ ਵੀ ਵਿਧਾਨ ਸਭਾ ਦੇ ਮੈਂਬਰਾਂ ਵਾਲੀਆਂ ਹੀ ਹੁੰਦੀਆਂ ਨੇ। ਜਿਵੇਂ ਅਸੀਂ ਪੜ੍ਹ ਕੇ ਆਏ, ਉਮਰ 25 ਸਾਲ ਹੋਣੀ ਚਾਹੀਦੀ ਆ, ਪਾਗਲ ਜਾਂ ਦਿਵਾਲੀਆ ਨਹੀਂ ਹੋਣਾ ਚਾਹੀਦਾ। ਸਿਰਫ ਇਹਨਾਂ ਦੀ ਉਮਰ ਘੱਟ ਤੋਂ ਘੱਟ ਉਮਰ 30 ਸਾਲ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਉੱਥੇ ਕਿੱਥੇ ਪੜ੍ਹੀ ਸੀ, ਵਿਧਾਨ ਸਭਾ ਦੇ ਮੈਂਬਰਾਂ ਦੀ ਉਮਰ 25 ਸਾਲ ਪੜ੍ਹੀ ਸੀ, ਤਾਂ ਇੱਥੇ ਕਿੰਨੇ ਸਾਲ ਆ, 30 ਸਾਲ। ਇਹ ਇੱਕ ਸਥਾਈ ਸਦਨ ਹੈ। ਇਸ ਦਾ 1/3 ਮੈਂਬਰ ਹਰ 2 ਸਾਲਾਂ ਬਾਅਦ ਕੀ ਹੁੰਦੇ ਨੇ, ਰਿਟਾਇਰ ਹੁੰਦੇ ਆ। ਮੰਨ ਲਓ ਸਾਡੇ ਕੋਲੇ 250 ਮੈਂਬਰ ਨੇ, 250 ਮੈਂਬਰਾਂ ਦਾ 1/3 ਮੈਂਬਰ ਆ ਜਿਹੜੇ ਹਰ ਸਾਲ ਕੀ ਹੋਣਗੇ, ਰਿਟਾਇਰ ਹੋਣਗੇ। ਤਾਂ ਉਹਦੀ ਥਾਂ ਤੇ ਜਿਹੜੇ ਨਵੇਂ ਮੈਂਬਰ ਨੇ ਉਹ ਲੈਤੇ ਜਾਣਗੇ, ਤਾਂ ਪੁਰਾਣੇ ਮੈਂਬਰ ਉਵੇਂ ਹੀ ਚੱਲੀ ਜਾਣਗੇ। ਤਾਂ ਹਰ 2 ਸਾਲ ਬਾਅਦ ਆ ਜਿਹੜੇ ਮੈਂਬਰ ਆ ਉਹ ਬਦਲੇ ਜਾਂਦੇ ਆ। ਰਾਜਪਾਲ ਇੱਕ ਨਾਮਾਤਰ ਮੁਖੀ ਆ, ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਭਾਵੇਂ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਨਹੀਂ ਹੁੰਦਾ, ਪਰੰਤੂ ਰਾਜਪਾਲ ਦੇ ਹੱਥ ਦੇ ਵਿੱਚ ਸ਼ਕਤੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਜਿੰਨੇ ਵੀ ਮੁੱਖ ਮੰਤਰੀ ਕੰਮ ਕਰਦਾ ਉਹ ਸਿਰਫ ਤੇ ਸਿਰਫ ਕਿਹਦੀ ਸਲਾਹ ਦੇ ਨਾਲ ਕਰਦਾ, ਰਾਜਪਾਲ ਦੀ ਸਲਾਹ ਦੇ ਨਾਲ ਹੀ ਜਿਹੜੇ ਕੰਮ ਨੇ ਉਹ ਨਿਪੇਰੇ ਚਾੜੇ ਜਾਂਦੇ ਆ। ਰਾਜਪਾਲ ਇੱਕ ਜਿਹੜਾ ਰਾਜ ਦਾ ਨਾਂ ਪਾਤਰ ਮੁਖੀਆ ਹੁੰਦਾ, ਉਹਦੇ ਕੋਲੇ ਇੰਨੀਆਂ ਸ਼ਕਤੀਆਂ ਹੁੰਦੀਆਂ ਨੇ ਕਿ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਜਿਹੜੇ ਰਾਜ ਨੂੰ ਬਹੁਤ ਵਧੀਆ ਢੰਗ ਦੇ ਨਾਲ ਚਲਾ ਸਕਦਾ। ਤਾਂ ਰਾਜਪਾਲ ਦੇ ਕੋਲ ਇੱਕ ਇਹੋ ਜਿਹੀ ਸ਼ਕਤੀ ਹੁੰਦੀ ਹੈ, ਜੇ ਮੰਨ ਲਓ ਸੰਕਟਕਾਲੀਨ ਸ਼ਕਤੀ ਹੋਵੇ, ਤਾਂ ਜਿਸ ਤਰ੍ਹਾਂ ਹੜ੍ਹ ਆ ਜਾਂਦੇ ਆ ਸਾਡੇ ਦੇਸ਼ ਦੇ ਵਿੱਚ ਜਾਂ ਕੁਝ ਹੋ ਜਾਂਦਾ, ਤਾਂ ਰਾਜਪਾਲ ਕੋਲੇ ਕੁਝ ਇਹੋ ਜਿਹੇ ਫੰਡ ਹੁੰਦੇ ਆ, ਜਿਹੜੇ ਫੰਡ ਨੇ ਉਹ ਆਪਣੀ ਮਰਜ਼ੀ ਦੇ ਨਾਲ ਦੇਸ਼ ਨੂੰ ਮੁਹੱਈਆ ਕਰਵਾ ਕੇ ਕੀ ਕਰ ਸਕਦਾ, ਉਹ ਕੰਮ ਆ ਜਿਹੜਾ ਸਹੀ ਚਲਾ ਸਕਦਾ। ਰਾਜ ਦੀ ਮੁੱਖ ਕਾਰਜਕਾਰਨੀ ਸ਼ਕਤੀ ਰਾਜਪਾਲ ਕੋਲੇ ਹੁੰਦੀ ਹੈ। ਉਸ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਰਾਜਪਾਲ ਦਾ ਕਾਰਜਕਾਲ ਭਾਵੇਂ 5 ਸਾਲ ਹੁੰਦਾ ਹੈ। ਉਹ ਰਾਸ਼ਟਰਪਤੀ ਦੀ ਖੁਸ਼ੀ ਤੱਕ ਅਹੁਦੇ ਤੇ ਰਹਿ ਸਕਦਾ ਹੈ। ਦੇਖੋ, ਜੇ ਰਾਸ਼ਟਰਪਤੀ ਜਿਹੜਾ ਰਾਜਪਾਲ ਨੂੰ ਕੌਣ ਚੁਣ ਕੇ ਭੇਜਦਾ, ਰਾਸ਼ਟਰਪਤੀ ਜਿਹੜਾ ਚੁਣ ਕੇ ਭੇਜਦਾ। ਜੇ ਉਹ ਰਾਜਪਾਲ ਆ ਜਿਹੜਾ ਸਹੀ ਕੰਮ ਕਰ ਰਿਹਾ, ਤਾਂ ਰਾਸ਼ਟਰਪਤੀ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਆ, ਕਿਉਂਕਿ ਕੇਂਦਰ ਸਰਕਾਰ ਆ ਜਿਹੜੀ ਉਹ ਸਾਰੇ ਸਟੇਟਾਂ ਦੀ ਕੀ ਆ, ਸਾਂਝੀ ਹੁੰਦੀ ਆ। ਜਿਸ ਤਰ੍ਹਾਂ ਭਾਰਤ ਦੇ ਵਿੱਚ 28 ਰਾਜ ਨੇ ਤੇ 8 ਸਾਡੇ ਸੰਘੀ ਖੇਤਰ ਨੇ, ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ। ਉਹਨਾਂ ਦਾ ਜਿਹੜਾ ਕੇਂਦਰ ਸਰਕਾਰ ਆ, ਉਹਨਾਂ ਦਾ ਜਿਹੜਾ ਮੁਖੀ ਹੁੰਦਾ, ਨਾਮਾਤਰ ਮੁਖੀ ਰਾਸ਼ਟਰਪਤੀ ਹੁੰਦਾ, ਤੇ ਰਾਜ ਦਾ ਨਾਮਾਤਰ ਮੁਖੀ ਰਾਜਪਾਲ ਹੁੰਦਾ। ਤਾਂ ਪਿਆਰੇ ਬੱਚੋ, ਇਹ ਬਹੁਤ ਜ਼ਰੂਰੀ ਹੈ ਜਿਹੜਾ ਇਹ ਇੱਕ ਰਾਜਨੀਤੀ ਸ਼ਾਸਤਰ ਦੀ ਲਗਾ ਲਓ, ਸਿਵਿਕਸ ਦੀ ਲਗਾ ਲਓ, ਨਾਗਰਿਕ ਸ਼ਾਸਤਰ ਦੀ ਲਗਾ ਲਓ, ਇੱਕ ਜਿਵੇਂ ਅਸੀਂ ਇੰਗਲਿਸ਼ ਦੀ ABC ਕਹਿੰਦੇ ਨਾ, ਤਾਂ ਇਹ ਵੀ ਸਰਕਾਰ ਦੀ ਇੱਕ ABC ਆ। ਜੇ ਤੁਹਾਨੂੰ ਇਹ ਤਿੰਨਾਂ ਬਾਰੇ ਨਹੀਂ ਪਤਾ, ਤਿੰਨੇ ਕਿਹੜੇ ਸਦਨ ਨੇ ਸਾਡੇ ਕੋਲ, ਇੱਕ ਵਿਧਾਨ ਪਾਲਿਕਾ, ਇੱਕ ਸਾਡੇ ਕੋਲੇ ਕਾਰਜਪਾਲਿਕਾ, ਇੱਕ ਸਾਡੇ ਕੋਲੇ ਨਿਆਂਪਾਲਿਕਾ। ਹੁਣ ਜੇ ਅਸੀਂ ਵਿਧਾਨ ਪਾਲਿਕਾ ਦੀ ਵਿੱਚ ਗੱਲ ਕਰਦੇ ਹਾਂ, ਤਾਂ ਵਿਧਾਨ ਪਾਲਿਕਾ ਸਾਡੇ ਕੋਲੇ ਕਿਹਦੀ ਆ ਗਈ, ਰਾਜ ਦੀ। ਤਾਂ ਵਿਧਾਨ ਪਾਲਿਕਾ ਦੇ ਵਿੱਚ ਰਾਜਪਾਲ ਜਿਹੜਾ ਉਹ ਨਾਮਾਤਰ ਮੁਖੀ ਹੁੰਦਾ। ਪਰੰਤੂ ਜੇ ਅਸੀਂ ਕੇਂਦਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਾਡੇ ਕੋਲੇ ਲੋਕ ਸਭਾ ਤੇ ਰਾਜ ਸਭਾ ਦੇ 2 ਸੈਂਟਰ ਆ ਗਏ। ਤਾਂ ਉਹਦੇ ਵਿੱਚ ਜਿਹੜਾ ਮੁਖੀ ਹੁੰਦਾ, ਨਾਮਾਤਰ ਮੁਖੀ ਹੁੰਦਾ, ਰਾਸ਼ਟਰਪਤੀ ਹੁੰਦਾ। ਤਾਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸਾਡੇ ਚੁਣੇ ਹੋਏ MLA, ਸੰਸਦ ਦੇ ਮੈਂਬਰ, ਲੋਕ ਸਭਾ ਦੇ ਮੈਂਬਰ ਸਾਰੇ ਕੀ ਲੈ ਸਕਦੇ ਆ, ਭਾਗ ਲੈ ਸਕਦੇ ਆ। ਤਾਂ ਰਾਸ਼ਟਰਪਤੀ ਰਾਜਪਾਲ ਦੀ ਕਿਸੇ ਦੂਸਰੇ ਰਾਜ ਵਿੱਚ ਬਦਲੀ ਵੀ ਕਰ ਸਕਦਾ ਹੈ। ਇਹ ਨਹੀਂ ਹੈਗਾ ਜਿਵੇਂ ਮੰਨ ਲਓ ਇਸ ਪੰਜਾਬ ਦਾ ਰਾਜਪਾਲ ਆ ਜਿਹੜਾ ਉਹ ਦੂਸਰੀ ਜਿਹੜਾ ਮੰਨ ਲਓ ਹਰਿਆਣਾ ਦੇ ਵਿੱਚ ਜਾ ਕੇ ਵੀ ਰਾਜਪਾਲ ਦੇ ਉਹਦੇ ਉੱਤੇ ਲੱਗ ਸਕਦਾ। ਤਾਂ ਇਹ ਹੁੰਦੀਆਂ ਰਾਜਪਾਲ ਕੋਲੇ ਜਿੰਨੇ ਵੀ ਕੰਮ ਹੁੰਦੇ ਆ, ਮੰਨ ਲਓ ਕੋਈ ਬਿੱਲ ਪਾਸ ਹੋਇਆ ਸੰਸਦ ਦੇ ਵਿੱਚ, ਜਿੰਨਾ ਵੀ ਕੁਝ ਹੋਇਆ, ਤਾਂ ਉਹ ਕਿਹਦੀ ਸਹਿਮਤੀ ਦੇ ਨਾਲ ਪਾਸ ਹੁੰਦਾ, ਮੁੱਖ ਮੰਤਰੀ ਤੇ ਰਾਜਪਾਲ ਦੀ ਸਹਿਮਤੀ ਦੇ ਨਾਲ ਪਾਸ ਹੁੰਦਾ। ਤਾਂ ਵਿਧਾਨ ਸਭਾ ਦੇ ਵਿੱਚ ਫਿਰ ਜਾ ਕੇ ਉਹ ਕੀ ਬਣਦਾ, ਕਾਨੂੰਨ ਬਣਦਾ। ਰਾਜ ਦੇ ਰਾਜਪਾਲ ਬਣਨ ਦੇ ਲਈ ਸਾਨੂੰ ਉਮਰ ਕੀ ਹੋਣੀ ਚਾਹੀਦੀ ਆ, ਕਿਉਂਕਿ ਰਾਜਪਾਲ ਦੀ ਇੱਕ ਬਹੁਤ ਵੱਡੀ ਪੋਸਟ ਆ। ਤਾਂ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਨੇ, ਤੇ ਉਹ ਭਾਰਤ ਦਾ ਕਿੰਨਾ ਕੀ ਹੋਣਾ ਚਾਹੀਦਾ, ਨਾਗਰਿਕ ਹੋਣਾ ਚਾਹੀਦਾ। ਉਸ ਦੀ ਉਮਰ ਆ ਜਿਹੜੀ 25 ਸਾਲ ਤੋਂ ਵੱਧ ਹੋਵੇ। ਉਹ ਮਾਨਸਿਕ ਤੇ ਸਰੀਰਕ ਤੌਰ ਤੇ ਠੀਕ ਹੋਵੇ। ਉਹ ਰਾਜ ਕੇਂਦਰੀ ਵਿਧਾਨ ਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ। ਜਿਹੜੀਆਂ ਸਾਡੇ ਕੋਲੇ ਵਿਧਾਨ ਸਭਾ ਦੇ ਮੈਂਬਰ ਦੀਆਂ ਸੀ ਇਲੈਕਸ਼ਨਸ, ਉਹੀ ਸਾਡੇ ਕੋਲੇ ਕਿਹੜੀਆਂ ਨੇ, ਰਾਜਪਾਲ ਦੀਆਂ ਨੇਗੀਆਂ ਕੰਡੀਸ਼ਨਸ। ਤਾਂ ਜਿਹੜੇ ਇਸ ਟਾਈਮ ਪੰਜਾਬ ਦੇ ਰਾਜਪਾਲ ਜੀ ਨੇ ਉਹ ਕੀ ਨੇ, ਬਨਮਾਰੀ ਲਾਲ ਪੁਰੋਹਿਤ। ਇਹ ਬੱਚੋ ਬਹੁਤ ਪਿਆਰੇ ਬੱਚੋ, ਇਹ ਤੁਹਾਨੂੰ ਕੁਐਸਚਨ ਵੀ ਆ ਜਾਂਦਾ ਕਿ ਜਿਹੜੇ ਪੰਜਾਬ ਦੇ ਇਸ ਟਾਈਮ ਦੇ ਰਾਜਪਾਲ ਕੌਣ ਨੇ, ਬਨਮਾਰੀ ਲਾਲ ਪੁਰੋਹਿਤ ਜੀ ਸਾਡੇ ਇਹ ਨੇ। ਤਾਂ ਮੈਂ ਤਸਵੀਰ ਦੇ ਵਿੱਚ ਦਿਖਾਇਆ ਹੋਇਆ। ਤਾਂ ਪਿਆਰੇ ਬੱਚੋ, ਇਹਨਾਂ ਦੀ ਫੋਟੋ ਦੇਖੋ ਤੇ ਬਹੁਤ ਧਿਆਨ ਦੇ ਨਾਲ, ਕਿਉਂਕਿ ਜਦੋਂ ਤੁਹਾਨੂੰ ਇਹ ਚੀਜ਼ ਦਿਖ ਜਾਂਦੀ ਹੈ ਤਾਂ ਤੁਹਾਡੇ ਜਿਹੜੇ ਰਾਜਪਾਲ ਜੀ ਨੇ ਉਹ ਵੀ ਯਾਦ ਰਹਿ ਜਾਂਦੇ ਆ। ਰਾਜ ਦਾ ਮੁੱਖ ਮੰਤਰੀ ਸੰਵਿਧਾਨ ਅਨੁਸਾਰ ਰਾਜਪਾਲ ਨੂੰ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ, ਉਸ ਦੀ ਸਹਾਇਤਾ ਤੇ ਸਲਾਹ ਲਈ ਮੁੱਖ ਮੰਤਰੀ ਸਹਿਤ ਮੰਤਰੀ ਪਰਿਸ਼ਦ ਦਾ ਪ੍ਰਬੰਧ ਕਰਦਾ ਹੈ। ਰਾਜਪਾਲ ਦੀ ਪਾਵਰ ਬਹੁਤ ਹੁੰਦੀ ਆ, ਜਿੰਨਾ ਉਹਨੇ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਉਹਦੀ ਸਹਾਇਤਾ ਵੀ ਕਰਦਾ, ਕਿੰਨਾ ਦੀ, ਮੁੱਖ ਮੰਤਰੀ ਸਾਹਿਬ ਦੀ। ਤੇ ਮੰਤਰੀ ਪਰਿਸ਼ਦ ਦਾ ਜਿਹੜਾ ਨਿਰਮਾਣ ਆ ਉਹ ਵੀ ਕੀ ਕਰਦਾ, ਪੂਰਾ ਦੀ ਪੂਰਾ ਉਹਦੀ ਸਲਾਹ ਦੇ ਨਾਲ ਕੀਤਾ ਜਾਂਦਾ। ਮੰਤਰੀ ਪਰਿਸ਼ਦ ਦਾ ਧੁਰਾ ਜਿਹੜਾ
ਰਾਜ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਧਰਤਾ ਮੁੱਖ ਮੰਤਰੀ ਹੀ ਹੁੰਦਾ। ਠੀਕ ਆ, ਕੇਂਦਰ ਦੇ ਵਿੱਚ ਭਾਵੇਂ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਅਸਲੀ ਕਰਤਾ ਧਰਤਾ ਕੌਣ ਆ, ਮੁੱਖ ਮੰਤਰੀ, ਪਰੰਤੂ ਜਿਹੜਾ ਸਾਰਾ ਕੁਝ ਜਿਵੇਂ ਅਸੀਂ ਕਹਿੰਦੇ ਆ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ, ਤਾਂ ਉਵੇਂ ਹੀ ਜਿਹੜਾ ਰਾਜਪਾਲ ਤੇ ਕਿਹਦੀ ਆ, ਮੁੱਖ ਮੰਤਰੀ ਦੀ ਗੱਲਬਾਤ ਆ, ਤਾਂ ਉਵੇਂ ਹੀ ਮੁੱਖ ਮੰਤਰੀ ਆ ਜਿਹੜਾ ਉਹ ਸੂਰਜ ਆ, ਤੇ ਉਹ ਕੀ ਲਗਾਉਂਦਾ, ਕਿਹਦੇ ਦੁਆਲੇ ਚੱਕਰ ਲਗਾਉਂਦਾ, ਰਾਜਪਾਲ ਦੇ ਦੁਆਲੇ ਚੱਕਰ ਲਗਾਉਂਦਾ। ਮੁੱਖ ਮੰਤਰੀ ਪਰਿਸ਼ਦ ਵਿੱਚ ਸੂਰਜ ਭੰਗ ਹੈ ਜਿਸ ਦੇ ਆਲੇ ਦੁਆਲੇ ਮੰਤਰੀ ਚੱਕਰ ਲਗਾਉਂਦੇ ਆ। ਮੰਤਰੀਆਂ ਦੀ ਨਿਯੁਕਤੀ ਤੇ ਉਹਨਾਂ ਵਿੱਚ ਵਿਭਾਗਾਂ ਦੀ ਵੰਡ ਰਾਜਪਾਲ ਮੁੱਖ ਮੰਤਰੀ ਦੀ ਸਿਫਾਰਿਸ਼ ਅਨੁਸਾਰ ਕਰਦਾ ਹੈ। ਤਾਂ ਮੰਤਰੀ ਨੇ ਜਿਹੜੇ ਜਿੰਨੇ ਹੁਣ ਮੁੱਖ ਮੰਤਰੀ ਚੁਣਿਆ ਗਿਆ, ਮੁੱਖ ਮੰਤਰੀ ਤੋਂ ਅੱਗੇ ਜਿਹੜੇ ਮੰਤਰੀ ਚੁਣਨੇ ਆ ਵੱਖ-ਵੱਖ ਅਹੁਦਿਆਂ ਦੇ ਉੱਤੇ, ਜਿਵੇਂ ਸਿੱਖਿਆ ਮੰਤਰੀ, ਹੈਲਥ ਮਿਨਿਸਟਰ, ਹੋਰ ਬਹੁਤ ਤਰ੍ਹਾਂ ਦੇ ਮੰਤਰੀ ਹੁੰਦੇ ਆ ਜਿਹੜੇ ਉਹ ਚੁਣਨੇ ਹੁੰਦੇ ਆ। ਤਾਂ ਹਰੇਕ ਵਿਭਾਗ ਦੇ ਮੰਤਰੀ ਚੁਣਦੇ ਆ, ਉਹਨਾਂ ਦੀ ਉਹ ਕਿਹਦੀ ਸਲਾਹ ਦੇ ਨਾਲ ਹੁੰਦੇ ਆ, ਰਾਜਪਾਲ ਦੀ ਸਲਾਹ ਦੇ ਨਾਲ ਮੰਤਰੀ ਜਿਹੜੇ ਚੁਣੇ ਜਾਂਦੇ ਆ। ਰਾਜ ਦੀ ਉੱਚ ਅਦਾਲਤ ਭਾਰਤ ਦੇ ਨਿਆਇਕ ਪ੍ਰਬੰਧ ਅਧੀਨ ਹਰੇਕ ਰਾਜ ਵਿੱਚ ਇੱਕ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ। ਤਾਂ ਮੈਂ ਪਹਿਲਾਂ ਵੀ ਦੱਸ ਕੇ ਆਇਆ, ਆਪਣੇ ਕੋਲੇ ਤਿੰਨ ਚੀਜ਼ਾਂ ਨੇ। ਜਦੋਂ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਸੰਸਦ ਕੀ ਹੁੰਦੀ ਆ ਤਾਂ ਸੰਸਦ ਬਾਰੇ ਵੀ ਇੱਕ ਹੀ ਕੁਐਸਚਨ ਜਵਾਬ ਹੋਣਾ ਚਾਹੀਦਾ ਤੁਹਾਡਾ ਕਿ ਸੰਸਦ ਕੀ ਆ, ਕੇਂਦਰੀ ਸੰਸਦ ਕੀ ਆ, ਰਾਜ ਸਭਾ ਕੀ ਆ, ਵਿਧਾਨ ਪਾਲਿਕਾ ਕੀ ਆ। ਤਾਂ ਉੱਥੇ ਸਾਰਿਆਂ ਦਾ ਸਵਾਲ ਆ ਜਾਂਦਾ, ਸਰਕਾਰ ਤੋਂ ਹੀ ਆ ਜਾਂਦਾ। ਤਾਂ ਮੈਂ ਸਰਕਾਰ ਬਾਰੇ ਫਿਰ ਇੱਕ ਵਾਰ ਦੁਬਾਰੇ ਚਾਨਣਾ ਪਾਉਣਾ। ਸਰਕਾਰ ਇੱਕ ਉਹ ਏਜੰਸੀ ਆ ਜਿਹੜੀ ਕੀ ਕਰਦੀ ਆ, ਉਸ ਰਾਜ ਦੇ ਉਦੇਸ਼ਾਂ ਦੇ ਲਈ ਆਪਣਾ ਕੰਮਕਾਰ ਆ ਸੀਮਿਤ ਸਮੇਂ ਦੇ ਲਈ ਵਿੱਚ ਕਰਦੀ ਆ। ਤਾਂ ਇੱਕ ਸਾਡੇ ਕੋਲੇ ਪਹਿਲੀ ਕੀ ਹੁੰਦੀ ਹੈ, ਜੇ ਅਸੀਂ ਸੈਂਟਰ ਦੀ ਗੱਲ ਕਰਦੇ ਆ ਤਾਂ ਸਾਨੂੰ ਪਹਿਲਾਂ ਅਸੀਂ ਕਿਹਾ ਸੀ ਵਿਧਾਨ ਪਾਲਿਕਾ। ਵਿਧਾਨ ਪਾਲਿਕਾ ਕੀ ਕਰਦੀ ਆ, ਕਾਨੂੰਨ ਬਣਾਉਂਦੀ ਆ। ਵਿਧਾਨ ਪਾਲਿਕਾ ਤੋਂ ਬਾਅਦ ਮੈਂ ਕੀ ਬੋਲਿਆ ਸੀ ਪਿਆਰੇ ਬੱਚਿਓ, ਕਾਰਜਪਾਲਿਕਾ। ਕਾਰਜਪਾਲਿਕਾ ਕੀ ਕਰਦੀ ਆ, ਜਿਹੜੇ ਕਾਨੂੰਨ ਬਣਾਏ ਹੋਏ ਆ ਉਹਨਾਂ ਨੂੰ ਕੀ ਕਰਦੀ ਆ, ਲਾਗੂ ਕਰਦੀ ਆ। ਹੁਣ ਮੰਨ ਲਓ ਤੁਹਾਡੇ ਸਕੂਲ ਦੇ ਵਿੱਚ ਹੀ ਅਸੀਂ ਗੱਲ ਕਰੀਏ, ਮੰਨ ਲਓ ਪ੍ਰਿੰਸੀਪਲ ਸਾਹਿਬ ਨੇ ਜਿਹੜੇ ਉੱਪਰੋਂ ਹਦਾਇਤਾਂ ਦੇ ਮੁਤਾਬਕ ਕਾਨੂੰਨ ਬਣ ਗਏ ਵੀ ਪ੍ਰੇਅਰ ਦੀ ਪੋਜੀਸ਼ਨ ਆ ਕਰੂਗਾ, ਮਿਡ ਡੇ ਮੀਲ ਦਾ ਕੰਮ ਇਹ ਸੰਭਾਲਣਗੇ, ਤੇ ਕਲਾਸਾਂ ਦਾ ਕੰਮ ਇੰਚਾਰਜ ਦੇ ਤੌਰ ਤੇ ਇਹ ਸੰਭਾਲਣਗੇ। ਤਾਂ ਇਹ ਤਾਂ ਵਿਧਾਨ ਪਾਲਿਕਾ ਦੇ ਵਿੱਚ ਸਿਰਫ ਇੱਕ ਆਪਣੇ ਕੋਲੇ ਕੀ ਬਣ ਗਏ, ਕਾਨੂੰਨ ਬਣ ਗਏ, ਪਰੰਤੂ ਉਹਨਾਂ ਨੂੰ ਲਾਗੂ ਕਰਾ ਰਿਹਾ ਕਾਰਜਪਾਲਿਕਾ। ਹੁਣ ਉਹਨਾਂ ਨੂੰ ਲਾਗੂ ਕਰਾਉਣਾ ਵੀ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜੇ ਇੱਕ ਕਾਨੂੰਨ ਬਣਨਾ ਤੇ ਉਸ ਤੋਂ ਬਾਅਦ ਕੀ ਕਰਨਾ, ਉਹਨਾਂ ਨੂੰ ਲਾਗੂ ਕਰਾਉਣਾ, ਇਹ ਬਹੁਤ ਵੱਡੀ ਭੂਮਿਕਾ। ਹੁਣ ਜੇ ਮੰਨ ਲਓ ਲਾਗੂ ਹੋ ਰਿਹਾ ਪਰੰਤੂ ਉੱਥੇ ਕਿਸੇ ਨਾ ਕਿਸੇ ਨੂੰ ਪਰੇਸ਼ਾਨੀ ਹੋ ਰਹੀ ਆ ਜਾਂ ਕਿਸੇ ਨਾਲ ਅਨਿਆਂ ਹੋ ਰਿਹਾ ਤੇ ਉਹ ਕਾਨੂੰਨਾਂ ਦੇ ਮੁਤਾਬਕ ਕੰਮ ਨਹੀਂ ਹੋ ਰਿਹਾ, ਕਿਉਂਕਿ ਅਸੀਂ ਆਮ ਅਕਸਰ ਦੇਖਦੇ ਆ ਕਿ ਜਿਹੜੇ ਕਾਨੂੰਨ ਬਣ ਜਾਂਦੇ ਆ ਤੇ ਲੋਕ ਜਿਹੜਾ ਉਹਨਾਂ ਦਾ ਸ਼ੋਸ਼ਣ ਸ਼ੁਰੂ ਕਰ ਦਿੰਦੇ ਆ। ਜਦੋਂ ਸ਼ੋਸ਼ਣ ਸ਼ੁਰੂ ਹੋ ਜਾਂਦਾ, ਕਾਨੂੰਨ ਸਹੀ ਨਹੀਂ ਕੰਮ ਕਰ ਰਿਹਾ ਹੁੰਦਾ, ਤਾਂ ਉਹਦਾ ਹਰਜਾਨਾ ਕਿਹਨੂੰ ਭੁਗਤਣਾ ਪੈਂਦਾ, ਉਸ ਬੰਦੇ ਨੂੰ। ਪਰੰਤੂ ਉਹ ਕਿੱਥੇ ਜਾਂਦਾ ਫਿਰ, ਨਿਆਂ ਦੇ ਵਿੱਚ। ਤਾਂ ਹਾਈ ਕੋਰਟ ਆ ਜਿਹੜੀ ਇੱਕ ਸਾਡੇ ਕੋਲੇ ਨਿਆਂ ਵਿਵਸਥਾ ਬਣਾਈ ਹੋਈ ਆ। ਤਾਂ ਹਾਈ ਕੋਰਟ ਦੇ ਵਿੱਚ ਜਿਹੜਾ ਅਸੀਂ ਕੀ ਕਰ ਸਕਦੇ ਆ, ਆਪਣੀ ਅਪੀਲ ਪਾ ਸਕਦੇ ਆ। ਹਰੇਕ ਰਾਜ ਦੀ ਜਿਹੜੀ ਆਪਣੀ ਹਾਈ ਕੋਰਟ ਹੁੰਦੀ ਆ। ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਅਨੁਸਾਰ ਹੀ ਜਿਹੜੀਆਂ ਸਰਕਾਰਾਂ ਨੇ ਉਹ ਆਪਣਾ ਕੀ ਕਰਦੀਆਂ ਨੇ, ਉੱਥੇ ਆਪਣਾ ਜਿਹੜਾ ਕੰਮਕਾਰ ਆ ਜਿਹੜਾ ਦਿਖਾ ਸਕਦੀਆਂ ਨੇ। ਤੇ ਜਿੰਨੇ ਕਾਨੂੰਨ ਸੰਸਦ ਦੇ ਵਿੱਚ ਸੋਧ ਕਰਨੀ ਹੈ ਜਾਂ ਆਪਣੀ ਸੰਵਿਧਾਨ ਦੇ ਵਿੱਚ ਸੋਧ ਕਰਨੀ ਆ ਤਾਂ ਉਹ ਕੇਂਦਰ ਸਰਕਾਰ ਆ ਜਿਹੜੀ ਉਹ ਕਰ ਸਕਦੀ ਆ। ਤਾਂ ਕਾਨੂੰਨ ਦੇ ਵਿੱਚ ਵੀ ਦੇ ਵਿੱਚ ਸਾਰੇ ਮੈਂਬਰ ਨੇ ਜਿਹੜੇ ਉਹ ਭਾਗ ਲੈਂਦੇ ਆ। ਤਾਂ ਸੰਸਦ ਕਾਨੂੰਨ ਦੁਆਰਾ 2 ਜਾਂ 2 ਤੋਂ ਵੱਧ ਰਾਜਾਂ ਲਈ ਅਤੇ ਕੇਂਦਰੀ ਪ੍ਰਸ਼ਾਸਿਤ ਖੇਤਰਾਂ ਲਈ ਸਾਂਝੀ ਹਾਈ ਕੋਰਟ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਜਿਵੇਂ ਅਸੀਂ ਕਹਿੰਦੇ ਨੇ ਪੰਜਾਬ ਐਂਡ ਹਰਿਆਣਾ ਦੀ ਜਿਹੜੀ ਹਾਈ ਕੋਰਟ ਆ ਉਹ ਚੰਡੀਗੜ੍ਹ ਆ, ਤਾਂ ਕਈ ਰਾਜਾਂ ਦੀ ਜਿਹੜੀ ਸਾਂਝੀ ਹਾਈ ਕੋਰਟ ਆ ਜਿਹੜੀ ਉਹ ਹੋ ਸਕਦੀ ਆ। ਰਾਜ ਦੀ ਉੱਚ ਅਦਾਲਤ ਭਾਰਤ ਦੇ ਨਿਆਇਕ ਪ੍ਰਬੰਧ ਅਧੀਨ ਹਰੇਕ ਰਾਜ ਵਿੱਚ ਇੱਕ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਆ। ਇਹ ਅਸੀਂ ਇਹ ਗੱਲ ਕਰ ਲਈ। ਜੱਜ ਬਣਨ ਲਈ ਯੋਗਤਾ ਭਾਰਤ ਦਾ ਨਾਗਰਿਕ ਹੋਵੇ ਉਹ, ਕਿਉਂਕਿ ਹਾਈ ਕੋਰਟ ਦੇ ਵਿੱਚ ਜੱਜ ਲੱਗਣ ਵਾਸਤੇ ਸਾਨੂੰ ਕੀ ਉਹਦੇ ਬਾਰੇ ਪਤਾ ਹੋਵੇ, ਤਾਂ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। 10 ਸਾਲ ਤੱਕ ਕਿਸੇ ਅਦਾਲਤ ਦੇ ਵਿੱਚ ਜੱਜ ਰਿਹਾ ਹੋਵੇ, ਕਿਸੇ ਹਾਈ ਕੋਰਟ ਵਿੱਚ 10 ਸਾਲ ਤੱਕ ਵਕਾਲਤ ਕੀਤੀ ਹੋਵੇ, ਨਿਯੁਕਤੀ ਤੋਂ ਬਾਅਦ 62 ਸਾਲ ਦੀ ਉਮਰ ਤੱਕ ਅਹੁਦੇ ਤੋਂ ਰਹਿ ਸਕਦਾ ਹੈ। ਹਾਈ ਕੋਰਟ ਦੇ ਜੱਜ ਦੀ ਤਨਖਾਹ 2.5 ਲੱਖ ਤੇ ਬਾਕੀ ਹੋਰ ਸਭ ਸਹੂਲਤਾਂ ਮਿਲਦੀਆਂ ਨੇ। 2.25 ਲੱਖ ਤੇ ਸਹੂਲਤਾਂ ਵੀ ਮਿਲਦੀਆਂ ਨੇ ਕਈ ਜੱਜਾਂ ਦੀਆਂ। ਠੀਕ ਆ, ਤਾਂ ਇਹ 2.25 ਲੱਖ ਤੋਂ ਲੈ ਕੇ 2.5 ਲੱਖ ਤੱਕ ਇਹਨਾਂ ਦੀ ਤਨਖਾਹ ਹੁੰਦੀ ਹੈ ਤੇ ਹੋਰ ਸਹੂਲਤਾਂ ਵੀ ਹੁੰਦੀਆਂ ਨੇ। ਤੇ ਅਸੀਂ ਯੋਗਤਾ ਪੜ੍ਹੀਆਂ ਅਦਾਲਤ ਦੇ ਵਿੱਚ ਕਿੰਨੇ ਸਾਲ ਤੱਕ ਰਹਿ ਸਕਦਾ ਹੋਵੇ। ਤੇ ਅੱਗੇ ਹੈਗੀਆਂ ਨੇ ਲੋਕ ਅਦਾਲਤਾਂ। ਤੇ ਅਸੀਂ ਲੋਕ ਅਦਾਲਤਾਂ ਦਾ ਅਕਸਰ ਨਾਂ ਸੁਣਦੇ ਆ, ਪਰੰਤੂ ਲੋਕ ਅਦਾਲਤਾਂ ਬਾਰੇ ਸਾਨੂੰ ਕਲੀਅਰ ਨਹੀਂ ਵੀ ਇਹ ਹੈ ਕੀ ਨੇ। ਤਾਂ ਲੋਕ ਅਦਾਲਤ ਸੀ ਜਿਹੜੀ ਉਹ 1985 ਦੇ ਵਿੱਚ ਪਹਿਲੀ ਵਾਰ ਲੱਗੀ ਸੀ ਦਿੱਲੀ ਦੇ ਵਿੱਚ। ਤਾਂ ਉੱਥੇ ਫੈਸਲੇ ਹੋਏ ਸੀ 150। ਕਿਉਂਕਿ ਜੇ ਹੁਣ ਅਸੀਂ ਆਪਦਾ ਹੀ ਸਿਸਟਮ ਦੇਖਦੇ ਆ ਤਾਂ ਜਿਹੜਾ ਨਿਆਂ ਦਾ ਸਿਸਟਮ ਆ ਉਹ ਮਿਲਣਾ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਚੁੱਕਿਆ, ਕਿਉਂਕਿ ਆਬਾਦੀ ਦੇ ਹਿਸਾਬ ਨਾਲ, ਜਨਸੰਖਿਆ ਦੇ ਹਿਸਾਬ ਨਾਲ ਜਿਹੜੀਆਂ ਅਦਾਲਤਾਂ ਨੇ ਉਹ ਪ੍ਰਫੁੱਲਿਤ ਨਹੀਂ ਹੋਈਆਂ, ਕਿਉਂਕਿ ਹਰੇਕ ਏਰੀਏ ਦੇ ਵਿੱਚ ਲੋਕ ਵੱਧ ਰਿਹਾ, ਆਬਾਦੀ ਵੱਧ ਰਹੀ ਆ,
परंतु अदालतां ने जिहड़े ਜਾਂ ਕੰਮਕਾਰ ਨੇ ਕੋਰਟ ਜਿਵੇਂ ਅਸੀਂ ਗੱਲ ਕੀਤੀ ਆ ਵੀ ਕੋਰਟ ਤਾਂ ਉਹ ਦੋ ਰਾਜਾਂ ਦੀ ਸਾਂਝੀ ਵੀ ਹੋ ਸਕਦੀ ਆ ਜਾਂ ਸਾਡੀ ਜ਼ਿਲ੍ਹੇ ਦੀ ਇੱਕ ਅਦਾਲਤ ਹੋ ਸਕਦੀ ਆ ਤਾਂ ਉੱਥੇ ਜਿਹੜੇ ਫੈਸਲੇ ਨਹੀਂ ਹੁੰਦੇ ਜਾਂ ਛੇਤੀ ਛੇਤੀ ਫੈਸਲੇ ਲੈਣੇ ਹੁੰਦੇ ਆ ਉਹ ਲੋਕ ਅਦਾਲਤਾਂ ਦੇ ਵਿੱਚ ਹੁੰਦੇ ਆ। ਤਾਂ 1985 ਦੀ ਲੋਕ ਅਦਾਲਤ ਦੀ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ। ਇਸ ਅਦਾਲਤ ਵਿੱਚ 150 ਫੈਸਲੇ ਹੋਏ ਸੀ। 1987 ਵਿੱਚ ਕਾਨੂੰਨੀ ਸੇਵਾਵਾਂ ਦੀਆਂ ਸੰਸਥਾਵਾਂ ਦਾ ਕਾਨੂੰਨ ਪਾਸ ਕੀਤਾ ਗਿਆ ਸੀ। ਇਸ ਵਿੱਚ 3 ਸੂਤਰੀ ਕਾਨੂੰਨ ਦੀਆਂ ਸੇਵਾਵਾਂ ਸੀਗੀਆਂ, ਰਾਸ਼ਟਰੀ ਕਾਨੂੰਨ ਸੇਵਾ ਸੰਸਥਾ, ਰਾਜ ਕਾਨੂੰਨ ਸੇਵਾ ਸੰਸਥਾ, ਜ਼ਿਲ੍ਹਾ ਕਾਨੂੰਨ ਸੇਵਾ ਸੰਸਥਾ। ਦੇਖੋ ਜੀ ਲੋਕ ਅਦਾਲਤ ਲੱਗੀ, ਲੋਕ ਅਦਾਲਤ ਦੇ ਵਿੱਚ ਕਿਹੜੀਆਂ ਲੱਗੀਆਂ, ਰਾਸ਼ਟਰੀ, ਸੈਂਟਰ ਦੀ, ਸਟੇਟ ਦੀ ਤੇ ਡਿਸਟ੍ਰਿਕਟ ਦੀਆਂ। ਤਾਂ ਤਿੰਨੇ ਕਾਨੂੰਨ ਸੇਵਾਵਾਂ ਲੱਗੀਆਂ ਹੋਈਆਂ ਸੀ। ਤਿੰਨਾਂ ਦੇ ਜਿਹੜੀਆਂ ਆਪਸ ਦੇ ਵਿੱਚ ਰਲਗਟ ਫੈਸਲੇ ਸੀ ਜਿਹੜੇ ਉਹ ਆਉਣ ਦਾ ਸਪੋਰਟ ਕੀਤੇ ਆ ਉਹਨਾਂ ਨੇ। ਤਾਂ ਇਹ ਇੱਕ ਜਿਹੜੇ ਲੋਕ ਅਦਾਲਤਾਂ ਦੀ ਇੱਕ ਖਾਸੀਅਤ ਸੀ। ਤਾਂ ਇਹਦੇ ਨਾਲ ਲੋਕਾਂ ਨੂੰ ਜਿਹੜਾ ਸੀਗਾ ਨਿਆਂ ਸੀ ਬਹੁਤ ਛੇਤੀ ਮਿਲਿਆ। ਤਾਂ ਇਹ ਸਾਡੇ ਕੋਲੇ ਸੀਗਾ, ਅਸੀਂ ਕਰਿਆ ਵੀ ਕਿਵੇਂ ਸਾਨੂੰ ਨਿਆਂ ਮਿਲ ਸਕਦਾ, ਲੋਕ ਅਦਾਲਤਾਂ ਦੇ ਵਿੱਚ ਮਿਲ ਸਕਦਾ ਤੇ ਦੂਜੇ ਲੋਟ ਮਿਲ ਸਕਦਾ। ਤਾਂ ਅਸੀਂ ਹੁਣ ਕੀ ਕਰਾਂਗੇ, ਅਭਿਆਸ ਜਿੰਨਾ ਅਸੀਂ ਪਿਛਲੀ ਫਸਟ ਲੈਸਨ ਦੇ ਵਿੱਚ ਪੜ੍ਹਿਆ ਤੇ ਸੈਕੰਡ ਲੈਸਨ ਦੇ ਵਿੱਚ ਪੜ੍ਹਿਆ, ਤਾਂ ਅਸੀਂ ਹੁਣ ਉਹਨਾਂ ਦੀ ਕੀ ਕਰਾਂਗੇ, ਰਿਵੀਜ਼ਨ ਕਰਾਂਗੇ। ਰਾਜਪਾਲ, ਜੇ ਅਸੀਂ ਰਾਜਪਾਲ ਬਾਰੇ ਪੜ੍ਹਿਆ ਤਾਂ ਰਾਜਪਾਲ ਦੇ ਕੰਮਾਂ ਬਾਰੇ ਲਿਖਣਾ ਸੀ। ਤਾਂ ਪਿਆਰੇ ਬੱਚਿਓ ਰਾਜਪਾਲ ਹੁੰਦਾ ਕੀ ਆ, ਤਾਂ ਰਾਜਪਾਲ ਇੱਕ ਕੀ ਆ, ਇੱਕ ਨਾਮਾਤਰ ਮੁਖੀ ਸੀਗਾ ਤੇ ਜਿਹਦੇ ਦੁਆਲੇ ਜਿਹੜਾ ਸੀਗਾ ਮੁੱਖ ਮੰਤਰੀ ਘੁੰਮਦਾ, ਮੁੱਖ ਮੰਤਰੀਆਂ ਦੁਆਲੇ ਜਿਹੜਾ ਸੰਸਦ ਦੇ ਮੈਂਬਰ ਨੇ ਉਹ ਘੁੰਮਦੇ ਆ। ਅਸੀਂ ਇਹਦੇ ਬਾਰੇ ਗੱਲ ਕੀਤੀ ਆ। ਰਾਜ ਦੀ ਮੁੱਖ ਕਾਰਜਕਾਰੀ ਸ਼ਕਤੀ ਰਾਜਪਾਲ ਕੋਲੇ ਹੁੰਦੀ ਆ। ਜੇਕਰ ਰਾਜਪਾਲ ਇਹ ਮਹਿਸੂਸ ਕਰੇ ਕਿ ਪਾਸ ਕੀਤਾ ਗਿਆ ਕੋਈ ਵੀ ਬਿੱਲ ਕੇਂਦਰੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੈ ਤਾਂ ਇਸ ਤਰ੍ਹਾਂ ਦੇ ਬਿੱਲ ਨੂੰ ਉਹ ਰਾਸ਼ਟਰਪਤੀ ਨੂੰ ਭੇਜ ਸਕਦਾ ਹੈ। ਦੇਖੋ ਜੀ ਜੇ ਕੋਈ ਬਿੱਲ ਆ ਜਿੰਨਾ ਵੀ ਕੇਂਦਰੀ ਸਰਕਾਰ ਕੇਂਦਰ ਦੇ ਵਿੱਚ ਪਾਸ ਹੁੰਦਾ, ਕਿਹਨੇ ਪਾਸ ਕਰਿਆ, ਰਾਸ਼ਟਰਪਤੀ ਨੇ। ਤੇ ਉਹ ਸਾਡੇ ਮੰਨ ਲਓ ਸਟੇਟ ਦੇ ਵਿੱਚ ਆਂਦਾ, ਸਟੇਟ ਦੇ ਵਿੱਚ ਉਹ ਇਹ ਲੱਗੇ ਵੀ ਸਾਡੇ ਮੁਤਾਬਕ ਨਹੀਂ ਹੈਗਾ ਤਾਂ ਉਹ ਰਾਜਪਾਲ ਦੇ ਕੋਲ ਇੰਨੀ ਪਾਵਰ ਆ, ਉਹ ਉਹਨੂੰ ਵਾਪਸ ਭੇਜ ਸਕਦਾ, ਰਾਸ਼ਟਰਪਤੀ ਕੋਲੇ ਭੇਜ ਸਕਦਾ ਕਿ ਇਹਦੇ ਉੱਤੇ ਮੁੜ ਕੀ ਕੀਤਾ ਜਾਵੇ, ਵਿਚਾਰ ਕੀਤਾ ਜਾਵੇ। ਰਾਜ ਕਾਰਜਪਾਲਿਕਾ ਦਾ ਕੰਮ ਵਿਧਾਨ ਪਾਲਿਕਾ ਦੁਆਰਾ ਬਣਾਏ ਗਏ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ ਹੈ। ਜਿੰਨੇ ਅਸੀਂ ਕਾਨੂੰਨ ਬਣਾਣੇ ਆ ਉਹਨਾਂ ਨੂੰ ਕੀ ਕਰਦੇ ਆ, ਵਿਧਾਨ ਪਾਲਿਕਾ ਬਣਾਉਂਦੀ ਆ ਤੇ ਕਾਰਜਪਾਲਿਕਾ ਕੀ ਕਰਦੀ ਆ, ਲਾਗੂ ਕਰਵਾਉਂਦੀ ਆ। ਰਾਜਪਾਲਿਕਾ ਵਿਧਾਨ ਪਾਲਿਕਾ ਦੁਆਰਾ ਪਾਸ ਕੀਤੇ ਗਏ ਸਾਰੇ ਬਿੱਲਾਂ ਦੀ ਪ੍ਰਵਾਨਗੀ ਦਿੰਦਾ, ਭਾਵੇਂ ਉਹ ਪੈਸੇ ਨਾਲ ਰਿਲੇਟਡ ਹੈਗੇ ਨੇ, ਭਾਵੇਂ ਤਾਂ ਉਹ ਮਨੀ ਬਿੱਲ ਹੋਣ, ਨਹੀਂ ਹੈਗੇ ਤਾਂ ਵੀ ਰਾਜਪਾਲ ਦੀ ਸਹਿਮਤੀ ਦੇ ਨਾਲ ਜਿਹੜੇ ਬਿੱਲ ਨੇ ਉਹ ਪਾਸ ਹੁੰਦੇ ਆ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਰਾਜ ਦਾ ਰਾਜਪਾਲ ਰਾਜ ਸਰਕਾਰ ਨਾਲੋਂ ਵੱਧ ਰਾਸ਼ਟਰਪਤੀ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ। ਤਾਂ ਰਾਜਪਾਲ ਦਾ ਜਿਹੜਾ ਸੰਬੰਧ ਹੈ ਉਹ ਰਾਸ਼ਟਰਪਤੀ ਦੇ ਨਾਲ ਹੁੰਦਾ, ਕਿਉਂਕਿ ਰਾਸ਼ਟਰਪਤੀ ਹੀ ਰਾਜਪਾਲ ਨੂੰ ਚੁਣਦਾ ਤੇ ਜਿੰਨੀ ਉਹਦੀ ਜ਼ਿੰਮੇਵਾਰੀ ਹੁੰਦੀ ਆ, ਰਾਸ਼ਟਰਪਤੀ ਦੀ ਜ਼ਿੰਮੇਵਾਰੀ ਹੁੰਦੀ ਆ, ਉਨੀ ਹੀ ਰਾਜਪਾਲ ਦੀ ਆਪਣੇ ਰਾਜ ਦੇ ਵਿੱਚ ਹੁੰਦੀ ਆ, ਰਾਸ਼ਟਰਪਤੀ ਦੀ ਸੈਂਟਰ ਦੇ ਵਿੱਚ ਹੁੰਦੀ ਆ, ਕੇਂਦਰ ਦੇ ਵਿੱਚ ਹੁੰਦੀ ਆ। ਉਹ ਰਾਜ ਵਿੱਚ ਕੇਂਦਰੀ ਸਰਕਾਰ ਦੇ ਪ੍ਰਤੀਨਿਧ ਦਾ ਕੰਮ ਕਰਦਾ ਹੈ। ਉਹਦੇ ਕੋਲ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ, ਜਿਵੇਂ ਵਿਧਾਨ ਪਾਲਿਕਾ ਦੀ ਚੋਣ ਤੋਂ ਪਿੱਛੋਂ ਪਹਿਲੇ ਸੈਸ਼ਨ ਨੂੰ ਸੰਬੋਧਿਤ ਕਰਨਾ। ਤਾਂ ਵਿਧਾਨ ਪਾਲਿਕਾ ਦੇ ਜੇ ਮੰਨ ਲਓ ਪਹਿਲਾ ਸੈਸ਼ਨ ਚੱਲ ਰਿਹਾ ਹੁੰਦਾ ਤਾਂ ਜਦੋਂ ਮੰਨ ਲਓ ਵੀ ਸਰਕਾਰ ਚੁਣੀ ਗਈ, ਸਰਕਾਰ ਚੁਣਨ ਤੋਂ ਬਾਅਦ ਪਹਿਲਾ ਸੈਸ਼ਨ ਬੁਲਾਉਂਦਾ ਤਾਂ ਉਹਦੇ ਵਿੱਚ ਮੇਨ ਭੂਮਿਕਾ ਕਿਹਦੀ ਹੁੰਦੀ ਆ, ਰਾਜਪਾਲ ਦੀ ਹੁੰਦੀ ਆ। ਵਿਧਾਨ ਪਾਲਿਕਾ ਦੁਆਰਾ ਪਾਸ ਕੀਤੇ ਗਏ ਸਾਰੇ ਬਿੱਲਾਂ ਨੂੰ ਪ੍ਰਵਾਨਗੀ ਦੇਣੀ ਰਾਜਪਾਲ ਦੇ ਹਿੱਸੇ ਦੇ ਵਿੱਚ ਆਉਂਦੇ ਆ। ਤਾਂ ਅਸੀਂ ਰਾਜਪਾਲ ਦੇ ਕੰਮਾਂ ਬਾਰੇ ਪੜ੍ਹਿਆ। ਤਾਂ ਰਾਜਪਾਲ ਦੇ ਕੰਮ ਕੀ ਨੇ, ਮੁੱਖ ਮੰਤਰੀ ਨੂੰ ਸਹੁੰ ਚੁਕਾਉਂਦਾ ਜੀ ਉਹ, ਠੀਕ ਹੈ ਜੀ। ਉਹਨੂੰ ਬਾਅਦ ਉਹਨਾਂ ਦੇ ਵਿਭਾਗਾਂ ਦੀ ਵੰਡ ਕਰਦੇ ਆ। ਵਿਭਾਗਾਂ ਦੀ ਵੰਡ ਕਰਨ ਤੋਂ ਬਾਅਦ ਉਹ ਕੀ ਕਰਦੇ ਆ, ਜਦੋਂ ਪਹਿਲੀ ਵਿਧਾਨ ਪਾਲਿਕਾ ਦਾ ਚੋਣ ਸੈਸ਼ਨ ਹੁੰਦਾ, ਸੈਸ਼ਨ ਉਹਨਾਂ ਨੂੰ ਕੀ ਕਰਦੇ ਆ, ਉਹਦੇ ਵਿੱਚ ਸੰਬੋਧਿਤ ਕਰਦੇ ਆ ਤੇ ਉਹਨਾਂ ਦੀ ਜਿੰਨੇ ਉਹ ਹੁੰਦੇ ਆਪਣੇ ਆਪਣੀਆਂ ਮਰਿਆਦਾ ਦੀ ਭਾਵ ਰੱਖਣ ਤਾਂ ਨੂੰ ਉਹ ਕੀ ਕਰਦੇ ਆ, ਪ੍ਰਵਾਨਗੀ ਦਿੰਦੇ ਆ। ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਤੇ ਸ਼ਕਤੀਆਂ ਦਾ ਵਰਣਨ ਕਰੋ। ਦੇਖੋ ਜੀ ਅਸੀਂ ਪਹਿਲਾਂ ਰਾਜਪਾਲ ਦੀ ਕਰੀ, ਹੁਣ ਅਸੀਂ ਰਾਜ ਦੇ ਮੁੱਖ ਮੰਤਰੀ ਦੇ। ਤਾਂ ਮੁੱਖ ਮੰਤਰੀ ਦੇ ਕੰਮ ਤੇ ਸ਼ਕਤੀਆਂ ਬਾਰੇ ਮੈਨੂੰ ਲੱਗਦਾ ਵੀ ਤੁਹਾਨੂੰ ਵੱਧ ਗਿਆਨ ਹੋਊਗਾ, ਤਾਂ ਫਿਰ ਵੀ ਤੁਸੀਂ ਇਹਨੂੰ ਬਹੁਤ ਧਿਆਨ ਦੇ ਨਾਲ ਸੁਣੋ। ਰਾਜ ਦੇ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ ਆ। ਮੰਤਰੀ ਪਰਿਸ਼ਦ ਬਣਾਉਣ ਵਿੱਚ ਮੁੱਖ ਮੰਤਰੀ ਰਾਜਪਾਲ ਦੀ ਮਦਦ ਕਰਦਾ। ਜਿਹੜੀ ਅਸੀਂ ਮੰਤਰੀ ਪਰਿਸ਼ਦ ਕੀ ਹੁੰਦੀ ਆ, ਮੰਤਰੀ ਪਰਿਸ਼ਦ ਇਹ ਹੁੰਦੀ ਆ ਕਿ ਉਹਦੇ ਵਿੱਚ ਕਿੰਨੇ ਵਿਭਾਗ ਦੇ ਮੁਖੀ ਲੈਣੇ ਆ। ਜਿਵੇਂ ਇਸ ਟਾਈਮ ਸਾਡੇ ਕੋਲੇ 12 ਲੈਤੇ ਹੋਇਆ, 17 ਵੀ ਲੈ ਸਕਦੇ ਆ। ਤੇ ਹਰੇਕ ਵਿਭਾਗ ਦਾ ਜਿਹੜਾ ਇੱਕ ਮੰਤਰੀ ਲਗਾਉਣਾ ਹੁੰਦਾ, ਅਸੀਂ ਉਹਦੇ ਵਿੱਚ ਉਹ ਮੰਤਰੀ ਨੇ ਜਿਹੜੇ ਉਸ ਵਿਭਾਗ ਪ੍ਰਤੀ ਜਵਾਬਦੇਹ ਹੁੰਦੇ ਆ। ਤਾਂ ਉਹ ਰਾਜਪਾਲ ਦੀ ਸਹਾਇਤਾ ਦੇ ਨਾਲ ਇਹ ਕੰਮ ਹੁੰਦਾ। ਮੁੱਖ ਮੰਤਰੀ ਪਰਿਸ਼ਦ ਦੇ ਮੰਤਰੀਆਂ ਦੀ ਗਿਣਤੀ ਨਿਸ਼ਚਿਤ ਕਰਦਾ ਵੀ ਉਹ ਕਿੰਨੇ ਮੰਤਰੀ ਲੈਣੇ ਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ
ਵੱਧ ਲੈਂਦੀਆਂ ਸੀ ਮੰਤਰੀ, परंतु इस सरकार ਦੇ इस मौजूदा सरकार ਦੇ ਵਿੱਚ ਜਿਹੜੇ ਮੁੱਖ ਮੰਤਰੀ ਦੇ ਕੈਬਨਿਟ ਮੰਤਰੀ ਲਿੱਤੇ ਗਏ ਉਹ ਘੱਟ ਲਿੱਤੇ ਗਏ ਆ। ਮੁੱਖ ਮੰਤਰੀ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ, ਉਹਨਾਂ ਨੂੰ ਬੁਲਾਉਂਦਾ ਅਤੇ ਸਰਕਾਰ ਦਾ ਮੁੱਖ ਬੁਲਾਰਾ ਹੁੰਦਾ। ਮੁੱਖ ਮੰਤਰੀ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਦੇ ਲੋੜ ਅਨੁਸਾਰ ਉਪ ਮੰਤਰੀ ਦੀ ਨਿਯੁਕਤੀ ਕਰਦਾ, परंतु ਭਾਵੇਂ ਸਾਡੇ ਕੋਲੇ ਮੁੱਖ ਮੰਤਰੀ ਤੋਂ ਬਾਅਦ ਉਪ ਮੰਤਰੀ ਦੀ ਕੋਈ ਵੀ ਨਿਯੁਕਤੀ ਨਹੀਂ ਹੈਗੀ, परंतु ਫਿਰ ਵੀ ਮੁੱਖ ਮੰਤਰੀ ਹੈ ਜਿਹੜਾ ਆਪਣੇ ਅਨੁਸਾਰ ਉਹ ਕੀ ਕਰ ਸਕਦਾ, ਉਪ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ। ਮੁੱਖ ਮੰਤਰੀ ਕੋਲ ਰਾਜ ਵਿਧਾਨਪਾਲਿਕਾ ਮੰਤਰੀ ਪ੍ਰੀਸ਼ਦ ਦਾ ਮੁਖੀ ਹੋਣ ਦੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ। ਉਹ ਰਾਜ ਸਰਕਾਰ ਕੇਂਦਰੀ ਸਰਕਾਰ ਪ੍ਰਤੀ ਕੀ ਹੁੰਦਾ, ਜ਼ਿੰਮੇਵਾਰ ਹੁੰਦਾ। ਮੁੱਖ ਮੰਤਰੀ ਰਾਜਪਾਲ ਦੇ ਸਲਾਹਕਾਰ ਦੇ ਤੌਰ ਤੇ ਵੀ ਕੰਮ ਕਰਦਾ। ਦੇਖੋ ਜੀ, ਮੁੱਖ ਮੰਤਰੀ ਦਾ ਮੇਨ ਸਲਾਹਕਾਰ ਰਾਜਪਾਲ ਹੀ ਹੁੰਦਾ। ਉਹ ਜਦੋਂ ਵੀ ਕੋਈ ਕਾਨੂੰਨ ਬਣਾਉਂਦਾ, ਕੋਈ ਵਿਧਾਨਪਾਲਿਕਾ ਦੇ ਵਿੱਚ ਕਾਰਜਪਾਲਿਕਾ ਦੇ ਵਿੱਚ ਲਾਗੂ ਕਰਾਉਣਾ, ਉਹਨਾਂ ਨੂੰ ਕਿਵੇਂ ਕੋਰਟ ਦੇ ਵਿੱਚ, ਕਿਉਂਕਿ ਸਰਕਾਰ ਜਿਹੜੀ ਨਿਆਂਪਾਲਿਕਾ ਉਹ ਵੀ ਕਿਹਦੇ ਮੁਤਾਬਕ ਕੰਮ ਕਰਦੀ ਆ, ਉੱਥੋਂ ਦੇ ਮੁੱਖ ਮੰਤਰੀ ਦੇ ਮੁਤਾਬਕ। ਤਾਂ ਉਹ ਕਿਸੇ ਵੀ ਮੰਤਰੀ ਕੋਲੋਂ ਅਸਤੀਫੇ ਦੀ ਮੰਗ ਕਰ ਸਕਦਾ ਹੈ ਅਤੇ ਮੰਤਰੀਆਂ ਦੇ ਵਿਭਾਗਾਂ ਦੀ ਤਬਦੀਲੀ ਕਰ ਸਕਦਾ ਹੈ। ਤਾਂ ਇਹਦੇ ਵਿੱਚ ਪਾਵਰ ਹੁੰਦੀ ਹੈ, ਜੇ ਉਹ ਆਪਣੇ ਵਿਭਾਗ ਦਾ ਕੋਈ ਮੰਤਰੀ ਵਧੀਆ ਕੰਮ ਨਹੀਂ ਕਰ ਰਿਹਾ ਤਾਂ ਉਹਨੂੰ ਕੀ ਕਰ ਸਕਦੇ ਆ, ਬਦਲ ਕਰ ਸਕਦੇ ਆ, ਉਹ ਤੋਂ ਅਸਤੀਫਾ ਲੈ ਸਕਦੇ ਆ। ਰਾਜਪਾਲ ਕੋਲ ਕੁਝ ਇੱਛਕ ਸ਼ਕਤੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਉਹ ਆਪਣੀ ਮਰਜ਼ੀ ਨਾਲ, ਭਾਵ ਬਿਨਾਂ ਮੰਤਰੀ ਪ੍ਰੀਸ਼ਦ ਦੀ ਸਲਾਹ ਤੋਂ ਕਰ ਸਕਦਾ ਹੈ। ਦੇਖੋ ਜੀ, ਰਾਜਪਾਲ ਕੋਲੇ ਮੈਂ ਪਹਿਲਾਂ ਵੀ ਦੱਸ ਕੇ ਨਾ ਵੀ ਵੱਧ ਪਾਵਰ ਹੁੰਦੀ ਆ, ਤਾਂ ਰਾਜਪਾਲ ਕੋਲੇ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਆਪਣੀ ਇੱਛਾ ਦੇ ਅਨੁਸਾਰ ਵੀ ਕਰ ਸਕਦਾ। ਰਾਜ ਵਿਧਾਨ ਸਭਾ ਵਿੱਚ ਕਿਸੇ ਦਲ ਨੂੰ ਬਹੁਮਤ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਉਹ ਆਪਣੀ ਮਰਜ਼ੀ ਨਾਲ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ। ਦੇਖੋ ਜੀ, ਰਾਜਪਾਲ ਕੋਲ ਇੰਨੀ ਪਾਵਰ ਹੁੰਦੀ ਹੈ, ਜੇ ਮੰਨ ਲਓ ਕਿਸੇ ਵਿਧਾਨ ਸਭਾ ਦੇ ਵਿੱਚ ਕਿਸੇ ਮੰਤਰੀ ਨੂੰ ਵੋਟਾਂ ਵੱਧ ਨਹੀਂ ਮਿਲਿਆ ਕਿਸੇ ਪਾਰਟੀ ਨੂੰ, ਤੇ ਸਰਕਾਰ ਬਣਾਉਣ ਲਈ ਕੋਈ ਵੀ ਪਾਰਟੀ ਅੱਗੇ ਨਹੀਂ ਆ ਰਹੀ, ਤਾਂ ਜਿਹੜਾ ਰਾਜਪਾਲ ਆ ਉਹ ਕੀ ਕਰ ਸਕਦਾ, ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ। ਰਾਜ ਦੀ ਮਸ਼ੀਨਰੀ ਠੀਕ ਨਾ ਚੱਲਣ ਦੀ ਹਾਲਤ ਵਿੱਚ ਰਾਜ ਦੀ ਵਿਧਾਨ ਸਭਾ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਦੀ ਸਲਾਹ ਦੇ ਸਕਦਾ ਹੈ। ਜੇ ਮੰਨ ਲਓ ਉਹਨਾਂ ਨੂੰ ਲੱਗੇ ਵੀ ਜਿਹੜੀ ਰਾਜ ਦੀ ਸਥਿਤੀ ਹੈ ਜਿਹੜੀ ਮਾੜੀ ਆ, ਉਹ ਸਹੀ ਨਹੀਂ ਚੱਲ ਰਹੀ, ਰਾਸ਼ਟਰਪਤੀ ਦੀ ਸਲਾਹ ਲੈਂਦਾ ਉਹ, ਤੇ ਉਹਨੂੰ ਕੀ ਕਰ ਸਕਦਾ, ਭੰਗ ਕਰ ਸਕਦਾ। ਅਜਿਹੇ ਸਮੇਂ ਰਾਜਪਾਲ ਦਾ ਅਸਲੀ ਪ੍ਰਬੰਧਕ ਵੀ ਹੁੰਦਾ ਹੈ। ਮੰਤਰੀ ਪ੍ਰੀਸ਼ਦ ਦੇ ਰਾਜ ਵਿਧਾਨਪਾਲਿਕਾ ਦੇ ਨਾਲ ਕੀ ਸੰਬੰਧ ਹਨ? ਮੰਤਰੀ ਪ੍ਰੀਸ਼ਦ ਦੇ ਕਿਹਦੇ ਨਾਲ ਸੰਬੰਧ ਹੈ? ਰਾਜ ਵਿਧਾਨਪਾਲਿਕਾ ਨਾਲ। ਠੀਕ ਹੈ ਜੀ, ਇਹਦੇ ਵਿੱਚ ਤਿੰਨ ਪ੍ਰਕਾਰ ਦੇ ਸਾਡੇ ਕੋਲੇ ਮੰਤਰੀ ਹੁੰਦੇ ਆ, ਕੈਬਨਿਟ ਮੰਤਰੀ, ਰਾਜ ਮੰਤਰੀ ਤੇ ਉਪ ਮੰਤਰੀ। ਅਸੀਂ ਪਹਿਲਾਂ ਵੀ ਗੱਲ ਕਰੀ ਆ, ਜਦੋਂ ਰਾਜ ਦਾ ਮੁਖੀਆ ਚੁਣਿਆ ਜਾਂਦਾ ਮੁੱਖ ਮੰਤਰੀ, ਤਾਂ ਉਹ ਅੱਗੇ ਆਪਣੇ ਕੈਬਨਿਟ ਮੰਤਰੀ ਬਣਾਉਂਦਾ ਤੇ ਰਾਜ ਮੰਤਰੀ ਬਣਾਉਂਦਾ ਤੇ ਉਪ ਮੰਤਰੀ ਬਣਾਉਂਦਾ। ਰਾਜ ਵਿਧਾਨਪਾਲਿਕਾ ਦੇ ਨਾਲ ਸੰਬੰਧ ਰੱਖਣ ਵਾਲਾ ਮੰਤਰੀ ਮੰਡਲ, ਇਹਨਾਂ ਵਿੱਚੋਂ ਕੈਬਨਿਟ ਮੰਤਰੀ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਮੰਤਰੀ ਮੰਡਲ ਦੇ ਸਾਰੇ ਮਹੱਤਵਪੂਰਨ ਫੈਸਲੇ ਕਰਦਾ। ਕੈਬਨਿਟ ਮੰਤਰੀਆਂ ਕੋਲ ਵੱਖਰੇ ਵੱਖਰੇ ਵਿਭਾਗ ਹੁੰਦੇ ਆ। ਮੰਤਰੀ ਪ੍ਰੀਸ਼ਦ ਦੇ ਬਾਕੀ ਦੋ ਭਾਗ ਰਾਜ ਮੰਤਰੀ ਤੇ ਉਪ ਮੰਤਰੀ ਦਾ ਕੰਮ ਹੁੰਦਾ। ਕੈਬਨਿਟ ਮੰਤਰੀਆਂ ਦੀ ਮਦਦ ਕਰਨਾ ਤਾਂ ਕਿ ਮਹੱਤਵਪੂਰਨ ਫੈਸਲੇ ਆਸਾਨੀ ਨਾਲ ਲਏ ਜਾ ਸਕਣ। ਠੀਕ ਹੈ ਜੀ, ਇਹ ਸਾਡੇ ਕੋਲੇ ਕਿਹਦੇ ਹੁੰਦੇ ਆ, ਮੰਤਰੀ ਪ੍ਰੀਸ਼ਦ ਦੇ ਕੰਮ ਹੁੰਦੇ ਆ, ਦੇ ਨਾਲ ਸੰਬੰਧ ਹੁੰਦੇ ਆ, ਕਿਉਂਕਿ ਉਹ ਤਿੰਨ ਪ੍ਰਕਾਰ ਦੇ ਮੰਤਰੀ ਚੁਣਦੇ ਆ, ਉਹਨਾਂ ਨੂੰ ਵਿਭਾਗ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਬਾਰੇ ਤੇ ਜਵਾਬਦੇਹ ਹੁੰਦੇ ਆ। ਕੇਂਦਰੀ ਪ੍ਰੀਸ਼ਦ ਦੀ ਤਰ੍ਹਾਂ ਮੰਤਰੀ ਪ੍ਰੀਸ਼ਦ ਮੰਤਰੀਆਂ ਦੀ ਇੱਕ ਟੀਮ ਹੁੰਦੀ ਹੈ ਜਿਸ ਦਾ ਮੁਖੀ ਮੁੱਖ ਮੰਤਰੀ ਹੁੰਦਾ ਹੈ। ਕਿਸੇ ਇੱਕ ਮੰਤਰੀ ਦੇ ਵਿਰੁੱਧ ਵਿਧਾਨ ਸਭਾ ਵੱਲੋਂ ਅਵਿਸ਼ਵਾਸ ਦਾ ਮਤਾ ਪਾਸ ਹੋਣ ਤੇ ਸਾਰੇ ਮੰਤਰੀ ਪ੍ਰੀਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਹੈ। ਜੇਕਰ ਇਹ ਲੱਗੇ ਨਾ ਵੀ ਕਿਸੇ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਹੋ ਗਿਆ ਕਿ ਉਹ ਸਹੀ ਨਹੀਂ ਹੈਗਾ, ਤਾਂ ਸਾਰੀ ਮੰਤਰੀ ਪ੍ਰੀਸ਼ਦ ਆ ਜਿਹੜੀ ਉਹ ਭੰਗ ਹੋ ਜਾਂਦੀ ਆ। ਮੰਤਰੀ ਪ੍ਰੀਸ਼ਦ ਦੇ ਰਾਜ ਵਿਧਾਨਪਾਲਿਕਾ ਦਾ ਹੇਠਲਾ ਸਦਨ ਵਿਧਾਨ ਸਭਾ ਨਾਲ ਇਹ ਸੰਬੰਧ ਹੈ। ਉਹ ਆਪਣੀਆਂ ਗਲਤੀਆਂ ਲਈ ਵਿਧਾਨ ਸਭਾ ਦੇ ਪ੍ਰਤੀ ਹੀ ਜ਼ਿੰਮੇਵਾਰ ਹੁੰਦਾ ਹੈ। ਮੰਤਰੀ ਪ੍ਰੀਸ਼ਦ ਕਈ ਵਾਰੀ ਮੁੱਖ ਮੰਤਰੀ ਦੁਆਰਾ ਤਿਆਗ ਪੱਤਰ ਦੇਣਾ, ਉਸ ਦੀ ਮੌਤ ਹੋਣ ਕਾਰਨ ਸਾਰੀ ਭੰਗ ਹੋ ਜਾਂਦੀ ਹੈ। ਇਸ ਤੋਂ ਬਿਨਾਂ ਵਿਧਾਨ ਸਭਾ ਦੀ ਮੰਤਰੀ ਪ੍ਰੀਸ਼ਦ ਨੂੰ ਭੰਗ ਕਰ ਸਕਦੀ ਹੈ। ਇਹ ਕਹਿਣਾ ਜਾਇਜ਼ ਹੈ ਮੰਤਰੀ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਨਾਲ ਹੀ ਤਿਆਰਦੇ ਤੇ ਨਾਲ ਹੀ ਡੁੱਬਦੇ ਨੇ। ਠੀਕ ਹੈ ਜੀ, ਤਾਂ ਅਧਿਆਪਕ ਹੁਣ ਤੇ ਵਿਦਿਆਰਥੀ ਇੱਕ ਕੀ ਕਰ ਸਕਦੇ ਆਗੇ, ਇੱਕ ਵਧੀਆ ਐਕਟੀਵਿਟੀ ਕਰ ਸਕਦੇ ਆ ਜਿਹਦੇ ਵਿੱਚ ਅਸੀਂ ਮੁੱਖ ਮੰਤਰੀ ਜਿਹੜੇ ਸਾਡੇ ਕੋਲੇ ਮੌਜੂਦਾ ਮੰਤਰੀ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਤੇ ਅਸੀਂ ਉਹਨਾਂ ਦੇ ਨਾਮ ਵੀ ਯਾਦ ਕਰ ਸਕਦੇ ਹਾਂ ਤੇ ਉਹਨਾਂ ਦੀਆਂ ਉਹਦੇ ਵੀ ਜਿਹੜੇ ਕਰ ਸਕਦੇ ਆ। ਹੁਣ ਅਸੀਂ ਇਹਦੇ ਬਾਰੇ ਸਹੀ ਗਲਤ ਜਿਹੜੇ ਅਸੀਂ ਉਹਨਾਂ ਦੀ ਅਭਿਆਸ ਤੇ ਚੱਲ ਰਹੇ ਆ। ਅਸੀਂ ਪਹਿਲਾਂ ਅਸੀਂ ਲੌਂਗ ਕੁਐਸਚਨ ਕਰੇ ਆ, ਹੁਣ ਅਸੀਂ ਸਹੀ ਠੀਕ ਗਲਤ ਕਰ ਰਹੇ ਆ। ਇਸ ਸਮੇਂ ਪੰਜਾਬ ਦੀ ਵਿਧਾਨ ਸਭਾ ਦੇ 121 ਮੈਂਬਰ ਹਨ। ਪਿਆਰੇ ਬੱਚੋ ਦੱਸੋ, ਸੋਚੋ, ਜੇ ਨਹੀਂ ਹੋਇਆ ਤਾਂ ਮੈਂ ਅਗਲੇ ਵਾਰ ਆਨਸਰ ਦੱਸੂਗਾ ਤੁਹਾਨੂੰ। ਭਾਰਤ ਵਿੱਚ ਇਸ ਸਮੇਂ 28 ਰਾਜਾਂ ਤੋਂ ਇਲਾਵਾ 8 ਸੰਘੀ ਖੇਤਰ ਵੀ ਹਨ। ਦਿੱਲੀ ਨੂੰ ਰਾਸ਼ਟਰਪਤੀ ਰਾਜਧਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ। ਰਾਜਪਾਲ ਬਣਨ ਲਈ 23 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਬਹੁਮਤ ਦਲ ਦੇ ਨੇਤਾ ਨੂੰ ਰਾਜ ਦਾ ਮੁੱਖ ਮੰਤਰੀ ਨਿਯੁਕਤ ਕਰਦਾ ਹੈ। ਕਿਹੜੇ ਕਿਹੜੇ ਬੱਚਿਆਂ ਦੇ 5 ਦੇ ਵਿੱਚੋਂ 5 ਠੀਕ ਨੇ।
ਤਾਂ ਉਹ ਦੇਖੋ, मैं पहला आंसर बोलता फिर तुसीं देखने आ। इस समय पंजाब की विधान सभा के 121 मैंबर ने, यह गलत आ। किन्ने मैंबर अपने? 117। भारत विच इस समय 28 राज तो इलावा 8 संघी खेत्र ने, यह सही आ। इस टाइम की ने अपने को 128 राज ने, पहला 29 राज होंदे सी, परंतु जिहड़ा जम्मू कश्मीर आ उहनूं असीं 2 संघी खेत्रां दे विच बदलदा, तां अपने को 6 संघी खेत्र सीगे, उहदी थां ते किन्ने हो गए? 8। 6 ते 2 8, तां 8 राज हो गए। दिल्ली ਨੂੰ राष्ट्रपति राजधानी खेत्र घोषित किया गया है, यह सही आ। राजपाल बनने के लिए उम्र 23 साल तो वध होवे, यह गलत हो गया जी। कितनी होनी चाहिए प्यारे बच्चों? 25 साल। तो असीं पहला करके हटिया, राजपाल की उम्र बनने के लिए 25 साल वध होनी चाहिए आ कि 30 साल? 30 साल 25 साल तो अपने को की सी राज सभा का मैंबर बनने लिए। राष्ट्रपति बहुमत दल के नेता नूं राज का मुख मंत्री नियुक्त करता है, गलत। राष्ट्रपति नहीं करता, कौन करता? राजपाल। कौन करता? राजपाल। राष्ट्रपति कित्थे करता? सेंटर दे विच करता। तां प्यारे बच्चों, यह जिहड़ा राष्ट्रपति आ वो कित्थे काम करता? सेंटर दे विच काम करता, क्योंकि जिहड़ी सेंटर दे विच एक राष्ट्रपति, राष्ट्रपति दे नाल कौन हुंदा? प्रधानमंत्री। जिस तरह इस टाइम साडे कोले नरेंद्र मोदी जी प्रधानमंत्री ते राष्ट्रपति साडे कोले हुण नवें चुने गए सीगे मैडम, ਤਾਂ ਉਹ ਜਿਹੜੇ ਬਹੁਮਤ ਦਲ ਦੇ ਜਿਹੜੇ ਅੱਗੇ ਰਾਸ਼ਟਰਪਤੀ ਰਾਜਪਾਲ ਦੀਆਂ ਨਿਯੁਕਤੀਆਂ ਜ਼ਰੂਰ ਕਰਦੇ ਆ। ਤਾਂ ਅੱਗੇ ਅਸੀਂ ਖਾਲੀ ਸਥਾਨ ਭਰਨੇ ਆ। ਵਿਧਾਨ ਸਭਾ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਡੈਸ਼ ਹੁੰਦੀ ਹੈ। ਤਾਂ ਪਿਆਰੇ ਬੱਚੇ ਤੁਸੀਂ ਭਰੋ, ਫਿਰ ਅਸੀਂ ਆਪਾਂ ਮਿਲਾਨਚਲਨ ਕਰਾਂਗੇ। ਇਸ ਸਮੇਂ ਪੰਜਾਬ ਦੀ ਵਿਧਾਨ ਸਭਾ ਦੇ ਡੈਸ਼ ਮੈਂਬਰ ਹਨ। ਸੰਵਿਧਾਨ ਦੁਆਰਾ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ ਡੈਸ਼ ਤੱਕ ਮਿਥੀ ਗਈ ਹੈ। ਡੈਸ਼ ਬਹੁਮਤ ਦਲ ਦੇ ਨੇਤਾ ਨੂੰ ਰਾਜ ਦਾ ਮੁੱਖ ਮੰਤਰੀ ਨਿਯੁਕਤ ਕਰਦਾ ਹੈ। राजपाल अपने राज के किसी भी अपराधी नूं सज़ा नूं डैश कर सकता है। प्यारे बच्चों, 1 मिनट दिता मैं तुहानूं, तां ये जल्दी जल्दी अपने क्वेश्चन ने जिहड़े फिल करो खाली थावां, फिर मैं तुहानूं आंसर मिलान करदा। तां राज सभा के मैंबरां की गिनती वध तों वध कितनी होनी चाहिए है? 500। इस समय पंजाब की विधान सभा के 117 मैंबर ने। संविधान द्वारा विधान सभा के मैंबरों की गिनती घट तो घट कितनी आ? 60। वध तो वध 500, घट तो घट 60। राजपाल द्वारा बहुमत दल के नेता नूं राज का मुख मंत्री नियुक्त करता है। राजपाल अपने राज के किसी भी अपराधी नूं सज़ा नूं घट जां माफ कर सकता है। राजपाल दे कोले पावर हुंदी आ, जेकर उहदा चाल चलन हाई कोर्ट दे विचों उहदी अदालत दे विच फांसी की सज़ा हुई हुई आ, ਤਾਂ ਰਾਜਪਾਲ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਕਿ ਉਹਦੀ ਸਜ਼ਾ ਨੂੰ ਮਾਫ ਵੀ ਕਰ ਸਕਦਾ ਤੇ ਘੱਟ ਵੀ ਕਰ ਸਕਦਾ, ਤੇ ਮੰਨ ਲਓ ਫਾਂਸੀ ਹੋਈ ਹੈ ਤਾਂ ਉਹਨੂੰ ਟਾਲਿਆ ਜਾ ਸਕਦਾ ਰਾਜਪਾਲ ਦੀ ਸਲਾਹ ਦੇ ਨਾਲ। ਤਾਂ ਇਹ ਜਿਹੜਾ ਸੀ ਸਾਡੇ ਖਾਲੀ ਸਥਾਨ ਸੀ। ਤਾਂ ਹੁਣ ਜਿਹੜੇ ਤੁਹਾਡੇ ਕੁਐਸਚਨ ਨੇ ਉਹ ਤੁਸੀਂ ਆਪ ਕਰ ਸਕਦੇ ਹੋ, ਘਰੇ ਬਣਾ ਸਕਦੇ ਹੋ, ਕਿਉਂਕਿ ਅਸੀਂ ਜਿੰਨਾ ਪੜ੍ਹਿਆ ਉਹ ਅਸੀਂ ਰਾਜ ਸਰਕਾਰ ਬਾਰੇ ਪੜ੍ਹਿਆ। ਰਾਜ ਸਰਕਾਰ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਰਾਜ ਵਿਧਾਨ ਪਾਲਿਕਾ ਕੀ ਆ, ਰਾਜ ਸਭਾ ਦੀ ਵਿਧਾਨ ਪਰਿਸ਼ਦ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਤਾਂ ਅਸੀਂ ਇਹ ਸਾਡੇ ਕੋਲੇ ਲੌਂਗ ਹੋਰ ਕੁਐਸਚਨ ਬਣਦੇ ਆ। ਵਿਧਾਨ ਪਾਲਿਕਾ ਦੀਆਂ ਸ਼ਕਤੀਆਂ, ਰਾਜਪਾਲ ਚੁਣਨ ਦੇ ਲਈ ਕਿਹੜੀਆਂ ਯੋਗਤਾਵਾਂ ਨੇ, ਤੁਹਾਡੇ ਰਾਜ ਦਾ ਮੁੱਖ ਮੰਤਰੀ ਤੇ ਰਾਜਪਾਲ ਕੌਣ ਹੈ, ਕਿਉਂਕਿ ਹਰ 5 ਸਾਲਾਂ ਬਾਅਦ ਚੇਂਜ ਹੁੰਦਾ, ਤਾਂ ਇਹਨੂੰ ਜ਼ਰੂਰ ਯਾਦ ਕਰਨਾ। ਰਾਜਪਾਲ ਦੀਆਂ 2 ਸਪੈਸ਼ਕ ਸ਼ਕਤੀਆਂ, ਜਿਸ ਤਰ੍ਹਾਂ ਜੇ ਆਪਾਂ ਰਾਜਪਾਲ ਦੀਆਂ 2 ਸਪੈਸ਼ਕ ਸ਼ਕਤੀਆਂ ਕਰਨੀਆਂ ਨੇ ਤਾਂ ਬਹੁਤ ਹੀ ਪਿਆਰੇ ਬੱਚਿਓ, ਤਾਂ ਅਸੀਂ ਅੱਜ ਰਾਜ ਸਰਕਾਰ, ਭਾਵੇਂ ਕੇਂਦਰ ਸਰਕਾਰ ਬਾਰੇ ਸਾਡਾ ਟੌਪਿਕ ਨਹੀਂ ਸੀ, ਪਰ ਮੈਂ ਕੇਂਦਰ ਸਰਕਾਰ ਬਾਰੇ ਜ਼ਰੂਰ ਦੱਸਿਆ, ਕਿਉਂਕਿ ਕੇਂਦਰ ਸਰਕਾਰ ਆ ਜਿਹੜੀ ਉਹ ਰਾਜ ਸਰਕਾਰ ਦੇ ਉੱਤੇ ਹੀ निर्भर करती आ, क्योंकि सानू जो सेंटर की सरकार ते राज सरकार दे विच मैनूं लगदा भी बड़ा अंतर नहीं हैगा। सेंटर सरकार दे विच जदों असीं राज सरकार की गल करदे आ तां साडे कोले की हुंदा विधान पालिका, तां उत्थे की ला लांगे केंद्र विधान पालिका। जदों असीं राज की गल करांगे कार्यपालिका तां उत्थे लिखांगे केंद्री कार्यपालिका ते न्यायपालिका केंद्री न्यायपालिका। न्यायपालिका दे विच उत्थे तुहाडे कोले की हो जूगी सुप्रीम कोर्ट आजू, इधर की आजू हाई कोर्ट, ते इधर तुहाडे कोले की आजूगा फस्ट दे विच विधान पालिका दे विच इधर अपने कोले लोक सभा, सिर्फ जिहड़े लोक सभा ते राज सभा ते विधान परिषद आ जाणगे, विधान सभा के मैंबर आ जाणगे, परंतु राज दे विच तुहाडे कोले आ जांदी है विधान सभा, राज विधान सभा, ते उधर तुहाडे कोले आ जांदे आ जिहड़े भी लागू कराउंदे आ कानून, उहदे विच मंत्री, राजपाल ते मुख मंत्री। तो यह साडे कोले एक लैसन सी ते उन्हां दी योगतावां बारे ते असीं उहदे बारे गल कीती, ते 2 लैसन 2 वीडियो ने जिहड़ियां तुहानूं मैनूं लगदा भी बहुत पसंद आईयां होणगीਆਂ। तां सारिआं दा बहुत बहुत धन्नवाद जी।